ਪਿਆਰੇ ਕਿਸਾਨ ਵੀਰੋ, ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਲੈ ਕੇ ਮੈਂ ਰਣਜੀਤ ਸਿੰਘ ਚੌਹਾਨ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਜਿਵੇਂ ਤੁਸੀਂ ਜਾਣਦੇ ਹੋ ਕਿ ਅੱਜ ਕੱਲ੍ਹ ਪੰਜਾਬ ਦੇ ਸਾਰੇ ਖੇਤ ਖਾਲੀ ਨੇ ਤੇ ਹੁਣ ਵੇਲਾ ਹੈ ਮਿੱਟੀ ਅਤੇ ਪਾਣੀ ਟੈਸਟ ਕਰਾਉਣ ਦਾ। ਕਿਸ ਤਰ੍ਹਾਂ ਅਸੀਂ ਸੈਂਪਲ ਲੈਣਾ, ਕਿਹੜੇ ਤੱਤ ਟੈਸਟ ਕਰਦੇ ਨੇ ਸਾਡੇ ਭੂਮੀ ਵਿਗਿਆਨੀ, ਉਸੇ ਲੜੀ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨੂਰਮਹਿਲ ਦੇ ਵਿੱਚ। ਮੇਰੇ ਨਾਲ ਖੜੇ ਨੇ ਡਾਕਟਰ ਉਪਿੰਦਰ ਸਿੰਘ ਸੰਧੂ ਜੀ, ਜਿਹੜੇ ਭੂਮੀ ਵਿਗਿਆਨੀ ਨੇ, ਸਹਾਇਕ ਪ੍ਰੋਫੈਸਰ ਨੇ, ਕ੍ਰਿਸ਼ੀ ਵਿਗਿਆਨ ਕੇਂਦਰ ਨੂਰਮਹਿਲ 'ਚ ਆਪਣੀ ਸੇਵਾ ਨਿਭਾ ਰਹੇ ਆ। ਕ੍ਰਿਸ਼ੀ ਵਿਗਿਆਨ ਕੇਂਦਰ ਨੂਰਮਹਿਲ ਦੀ ਲੈਬੋਰੇਟਰੀ ਦੇ ਵਿੱਚ ਅਸੀਂ ਖੜੇ ਹਾਂ, ਜਿੱਥੇ ਮਿੱਟੀ ਅਤੇ ਪਾਣੀ ਟੈਸਟ ਕੀਤਾ ਜਾਂਦਾ। ਸੋ ਆਪਾਂ ਸਾਰੀ ਗੱਲਬਾਤ ਇਹਨਾਂ ਦੇ ਨਾਲ ਸਾਂਝੀ ਕਰਨੀ ਹੈ ਕਿ ਮਿੱਟੀ ਪਰਖ ਦੀ ਕੀ ਮਹੱਤਤਾ ਹੈ ਅਤੇ ਨਾਲ ਹੀ ਪਾਣੀ ਦੀ ਪਰਖ ਦੀ ਕੀ ਮਹੱਤਤਾ ਹੈ। ਸੋ ਉਪਿੰਦਰ ਜੀ, ਤੁਹਾਡਾ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ। ਧੰਨਵਾਦ ਜੀ। ਸਭ ਤੋਂ ਪਹਿਲਾਂ ਜਿਵੇਂ ਗੱਲ ਕਰਾਂ ਮਿੱਟੀ ਅਤੇ ਪਾਣੀ ਪਰਖ ਕਰਾਉਣ ਦੀ ਮਹੱਤਤਾ ਬਾਰੇ ਥੋੜ੍ਹਾ ਜਿਹਾ ਸਾਡੇ ਕਿਸਾਨ ਵੀਰਾਂ ਨੂੰ ਜਾਣਕਾਰੀ ਦਿਓ ਕਿ ਕਿਉਂ ਇਹ ਟੈਸਟ ਕਰਾਉਣੇ ਜ਼ਰੂਰੀ ਨੇ। ਫਸਲਾਂ ਨੂੰ ਲਗਭਗ 17 ਜ਼ਰੂਰੀ ਤੱਤਾਂ ਦੀ ਜਿਹੜੀ ਲੋੜ ਹੁੰਦੀ ਹੈ, ਜਿਹੜੇ ਕਿ ਸਾਰੇ ਦੇ ਸਾਰੇ ਜ਼ਮੀਨ ਦੇ ਵਿੱਚ ਉਪਲਬਧ ਨਹੀਂ ਹੁੰਦੇ। ਉਸ ਦੇ ਕਰਕੇ ਕੀ ਨੇ, ਹਮੇਸ਼ਾ ਨੇ ਕਿਸਾਨ ਨੇ ਅਲੱਗ-ਅਲੱਗ ਖਾਦਾਂ, ਰਸਾਇਣਿਕ ਖਾਦਾਂ ਦਾ ਪ੍ਰਯੋਗ ਕਰਦੇ ਨੇ, ਜਿਵੇਂ ਕਿ ਯੂਰੀਆ, ਪੋਟਾਸ਼, DAP ਅਤੇ ਹੋਰ ਵੀ ਕਈ ਖਾਦਾਂ ਦਾ ਇਸਤੇਮਾਲ ਕਰਦੇ ਨੇ ਤਾਂ ਕਿ ਉਹਨਾਂ ਤੱਤਾਂ ਦੀ ਪੂਰਤੀ ਕੀਤੀ ਜਾ ਸਕੇ। ਪਰ ਅਕਸਰ ਹੀ ਦੇਖਣ ਦੇ ਵਿੱਚ ਆਉਂਦਾ ਹੈ ਕਿ ਜ਼ਿਮੀਂਦਾਰ ਜਾਂ ਕਿਸਾਨ ਨੇ ਉਹ ਆਪਣੇ ਖੇਤਾਂ ਦੇ ਵਿੱਚ ਜਿਹੜੇ ਇਹ ਖਾਦਾਂ ਦਾ ਪ੍ਰਯੋਗ ਨੇ ਮਿੱਟੀ ਪਰਖ ਕਰਾਏ ਬਿਨਾਂ ਕਰ ਰਹੇ ਨੇ, ਕਿਉਂਕਿ ਕਈ ਵਾਰ ਹੁੰਦਾ ਹੈ ਵੀ ਕਿਸੇ ਤੱਤ ਦੀ ਮਾਤਰਾ ਜ਼ਮੀਨ ਦੇ ਵਿੱਚ ਜ਼ਿਆਦਾ ਹੁੰਦੀ ਹੈ ਤੇ ਦੂਸਰੇ ਤੱਤ ਦੀ ਮਾਤਰਾ ਜਿਹੜੀ ਉਹ ਘੱਟ ਹੁੰਦੀ ਹੈ। ਤੇ ਅਕਸਰ ਆਪਾਂ ਜਿਹੜੇ ਤੱਤ ਦੀ ਜ਼ਮੀਨ ਦੇ ਵਿੱਚ ਮਾਤਰਾ ਜ਼ਿਆਦਾ ਹੈ, ਜੇ ਉਹਨੂੰ ਜ਼ਿਆਦਾ ਪਾਵਾਂਗੇ ਤੇ ਉਹਦਾ ਵੀ ਕੋਈ ਲਾਭ ਨਹੀਂ ਆ, ਤੇ ਜਿਸ ਤੱਤ ਦੀ ਮਾਤਰਾ ਜ਼ਮੀਨ ਦੇ ਵਿੱਚ ਘੱਟ ਆ ਤੇ ਜੇ ਉਹਨੂੰ ਆਪਾਂ ਜ਼ਮੀਨ ਦੇ ਵਿੱਚ ਨਹੀਂ ਪਾਵਾਂਗੇ ਤਾਂ ਹੋ ਸਕਦਾ ਉਹ ਆਪਣੀ ਜਿਹੜੀ ਫਸਲ ਦੀ ਉਪਜ ਨੂੰ ਜਿਹੜਾ ਉਹ ਘਟਾ ਸਕੇ। ਸੋ ਇਹ ਜ਼ਰੂਰੀ ਆ ਵੀ ਆਪਾਂ ਸਮੇਂ-ਸਮੇਂ ਤੇ ਮਿੱਟੀ ਪਰਖ ਕਰਾਉਂਦੇ ਰਹੀਏ ਤਾਂ ਜੋ ਆਪਾਂ ਨੂੰ ਪਤਾ ਲੱਗ ਸਕੇ ਵੀ ਆਪਣੀ ਜ਼ਮੀਨ ਦੀ ਸਿਹਤ ਕਿਵੇਂ ਦੀ ਆ, ਕਿਹੜੇ ਤੱਤ ਦੀ ਘਾਟ ਆ, ਕਿਹੜੇ ਤੱਤ ਨੂੰ ਪਾਉਣ ਦੀ ਕਦੋਂ ਤੇ ਕਿਵੇਂ ਲੋੜ ਹੈ। ਕਿਸਾਨ ਵੀਰੋ ਦੇਖੋ, ਅਸੀਂ ਖਾਦ ਖੇਤ ਦੇ ਵਿੱਚ ਪਾਈ ਜਾਂਦੇ ਹਾਂ, ਜਿਹਦੇ ਨਾਲ ਦਿਨੋਂ ਦਿਨ ਸਾਡੀ ਜ਼ਮੀਨ ਦੀ ਸਿਹਤ ਵਿਗੜ ਰਹੀ ਹੈ। ਆਪਾਂ ਇਹਨੂੰ ਮਿੱਟੀ ਪਰਖ ਦੇ ਆਧਾਰ 'ਤੇ ਪਾਈਏ, ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ, ਅਤੇ ਤਾਂ ਕਿ ਜ਼ਮੀਨ ਦੀ ਸਿਹਤ ਲੰਬੇ ਸਮੇਂ ਤੱਕ ਵਧੀਆ ਰਹੇ ਅਤੇ ਝਾੜ ਸਾਡੀਆਂ ਫਸਲਾਂ ਦੇ ਬਹੁਤ ਵਧੀਆ ਆਉਣ। ਡਾਕਟਰ ਸਾਹਿਬ ਦੇਖੋ, ਹੁਣ ਖੇਤ ਖਾਲੀ ਨੇ ਸਾਡੇ ਅਤੇ ਮਿੱਟੀ ਪਰਖ ਕਿਸਾਨ ਵੀਰਾਂ ਨੇ ਕਰਾਉਣੀ ਆ। ਕਈ ਵਾਰੀ ਸਾਡੇ ਕਿਸਾਨ ਵੀਰ ਕਹਿੰਦੇ ਨੇ ਕਿ ਖੇਤ ਸਾਡੇ ਅਲੱਗ-ਅਲੱਗ ਥਾਵਾਂ 'ਤੇ ਨੇ, ਕੀ ਉਹ ਅਲੱਗ-ਅਲੱਗ ਥਾਵਾਂ ਤੋਂ ਸੈਂਪਲ ਲੈਣ ਜਾਂ ਇੱਕੋ ਸੈਂਪਲ ਬਣਾ ਲੈਣ ਸਾਰੇ ਖੇਤਾਂ ਦਾ? ਕਿਸ ਤਰ੍ਹਾਂ ਮਿੱਟੀ ਪਰਖ ਉਹਨਾਂ ਨੂੰ ਕਰਾਉਣੀ ਚਾਹੀਦੀ ਹੈ? ਅਲੱਗ-ਅਲੱਗ ਖੇਤਾਂ ਦੀ ਤੁਸੀਂ ਗੱਲ ਕੀਤੀ ਹੈ ਤਾਂ ਇਹ ਦੇਖਣ ਵਿੱਚ ਆਉਂਦਾ ਵੀ ਜਦੋਂ ਵੀ ਆਪਾਂ ਆਪਣੇ ਖੇਤਾਂ ਦੇ ਸਥਿਤੀ ਦੇਖਦੇ ਹਾਂ, ਜ਼ਮੀਨ ਦੀ ਸਿਹਤ ਬਾਰੇ ਕਿਸਾਨ ਨੂੰ, ਹਰ ਇੱਕ ਨੂੰ ਪਤਾ ਹੀ ਹੁੰਦਾ ਵੀ ਮੇਰਾ ਕਿਸਾਨ ਦੀ ਜਿਹੜੀ ਜ਼ਮੀਨ ਦੀ ਸਿਹਤ ਆ, ਜਾਂ ਕਹਿ ਲਓ ਉਪਜ ਦੇ ਹਿਸਾਬ ਨਾਲ ਆਪਦਾ ਅੰਦਾਜ਼ਾ ਲਾਉਂਦੇ ਨੇ ਵੀ ਕਿਹੜਾ ਖੇਤ ਮੇਰਾ ਵਧੀਆ ਅਤੇ ਕਿਹੜਾ ਮਾੜਾ ਹੈ। ਤੋ ਇਹ ਧਿਆਨ ਰੱਖਣਾ ਹੈ ਵੀ ਜੇ ਆਪਣੇ ਲੱਗਦਾ ਹੈ ਵੀ ਆਪਣੇ ਖੇਤ ਨੇ ਜਿਹੜੇ, ਮੰਨ ਲਓ ਆਪਣੇ ਖੇਤ 4 ਤੋਂ 5 ਕਿੱਲਿਆਂ ਦਾ ਇੱਕ ਟੱਕ ਆ, ਤਾਂ ਧਿਆਨ ਰੱਖਣਾ ਹੈ ਵੀ ਉਸ ਦੇ ਵਿੱਚ ਵੱਧ ਤੋਂ ਵੱਧ 2 ਤੋਂ 3 ਕਿੱਲਿਆਂ ਦਾ ਜਿਹੜਾ ਉਹਨੂੰ ਇੱਕ ਟੱਕ ਬਣਾ ਲੈਣਾ। ਉਹਦੇ 3 ਕਿੱਲਿਆਂ ਦੇ ਵਿੱਚੋਂ ਤੁਸੀਂ ਲਗਭਗ ਹਰ ਖੇਤ ਦੇ ਵਿੱਚੋਂ 4 ਤੋਂ 5 ਜਗ੍ਹਾ ਤੋਂ ਸੈਂਪਲ ਜਿਹੜਾ ਉਹ ਇਕੱਠਾ ਕਰਨਾ ਹੈ। ਇਸੇ ਤਰ੍ਹਾਂ ਹੀ ਅਗਲੇ ਖੇਤ 'ਚੋਂ, ਐਵੇਂ ਹੀ 3 ਖੇਤਾਂ ਦੇ ਵਿੱਚੋਂ 4 ਤੋਂ 5 ਜਗ੍ਹਾ ਤੋਂ ਇਕੱਠਾ ਕਰਕੇ ਫਿਰ ਆ ਜਿਹੜਾ ਉਹਨੂੰ ਮਿਕਸ ਕਰਕੇ ਮਿੱਟੀ ਦਾ ਸੈਂਪਲ ਆ ਜਿਹੜਾ ਉਹ ਲੈ। ਬਿਲਕੁਲ ਡਾਕਟਰ ਸਾਹਿਬ, ਦੇਖੋ ਕਿਸਾਨ ਵੀਰੋ, 3-4 ਖੇਤਾਂ ਦਾ ਟੱਕ ਅਸੀਂ ਇੱਕ ਸੈਂਪਲ ਰੱਖਣਾ ਆ। ਇਹ ਨਾ ਹੋਵੇ ਕਿ ਤੁਸੀਂ ਬਹੁਤ ਲੰਬਾ ਤੁਹਾਡਾ ਪ੍ਰੋਫਾਈਲ ਹੈ, ਕਹਿਣ ਦਾ ਭਾਵ 10-20 ਖੇਤ ਨੇ ਅਤੇ ਉਹਦੇ 'ਚੋਂ ਇੱਕ ਸੈਂਪਲ ਲਿਆਓ। ਇੱਦਾਂ ਨਹੀਂ ਕਰਨਾ ਕਿ ਆਪਾਂ 20 ਖੇਤ ਨੇ ਤਾਂ ਘੱਟੋ ਘੱਟ 5 ਸੈਂਪਲ ਤਾਂ ਲਿਆਈਏ ਨਾ। ਸੋ ਇਹ ਬਹੁਤ ਜ਼ਰੂਰੀ ਹੈ। ਸੋ ਡਾਕਟਰ ਸਾਹਿਬ, ਇਹ ਵੀ ਬਹੁਤ ਜ਼ਰੂਰੀ ਹੈ ਕਿਸਾਨ ਵੀਰਾਂ ਨੂੰ ਦੱਸਣਾ ਕਿ ਜਦੋਂ ਮਿੱਟੀ ਪਰਖ ਦੇ ਲਈ ਟੈਸਟ ਕਰਾਉਣ ਲਈ ਸੈਂਪਲ ਲੈਣਾ ਤਾਂ ਉਹ ਕਿਵੇਂ ਖੇਤ ਦੇ ਵਿੱਚੋਂ ਲਿਆ ਜਾਵੇ। ਉਹ ਕਈ ਵਾਰੀ ਕਿਸਾਨ ਵੀ ਕੀ ਕਰਦੇ ਆ ਵੀ ਬਹੁਤ ਡੂੰਘਾ ਟੋਆ ਪੱਟ ਲੈਂਦੇ ਆ ਅਤੇ ਵਿੱਚੋਂ ਮਿੱਟੀ ਚੱਕ ਲਿਆਉਂਦੇ ਆ, ਨਹੀਂ ਪਤਾ ਹੁੰਦਾ ਵੀ ਕਿਹੜੀ ਸੈਂਪਲ ਕਰਾਉਣ ਵਾਲੀ ਲੇਅਰ ਆ ਸਾਡੀ ਜ਼ਮੀਨ ਦੀ। ਸੋ ਥੋੜ੍ਹਾ ਜਿਹਾ ਵਿਸਥਾਰ ਨਾਲ ਦੱਸ ਦਿਓ ਸਾਡੇ ਕਿਸਾਨ ਵੀਰਾਂ ਨੂੰ ਕਿ ਕਿਹੜੀ ਤਹਿ ਦੇ ਵਿੱਚੋਂ ਅਸੀਂ ਸੈਂਪਲ ਲੈ ਕੇ ਆਉਣਾ। ਹਾਂਜੀ, ਜਿਵੇਂ ਕਿ ਮਿੱਟੀ ਸੈਂਪਲ ਦਾ ਕਹਿ ਲਓ, ਮਿੱਟੀ ਦਾ ਨਮੂਨਾ ਲੈਣ ਦਾ ਇੱਕ ਸਾਇੰਟੀਫਿਕਲੀ ਢੰਗ ਆ, ਵਿਗਿਆਨਿਕ ਢੰਗ ਆ, ਜਿਹੜਾ ਕਿ ਆਪਾਂ ਵਰਤਣਾ। ਕਿਸਾਨ ਵੀਰੋ ਧਿਆਨ ਰੱਖਣਾ ਹੈ ਕਿ ਜਿਵੇਂ ਕਿ ਆਪਾਂ ਅਕਸਰ ਹੀ ਦੇਖਦੇ ਹਾਂ ਵੀ ਖੇਤ ਜਿਹੜਾ ਮਿੱਟੀ ਦਾ ਸੈਂਪਲ ਆ, ਜ਼ਿਆਦਾਤਰ ਕਿਸਾਨ ਨੇ ਖੇਤ ਵਾਹੁਣ ਤੋਂ ਬਾਅਦ ਲੈਂਦੇ ਨੇ। ਇਹ ਧਿਆਨ ਰੱਖਣਾ ਵੀ ਜਿਹੜਾ ਮਿੱਟੀ ਦਾ ਸੈਂਪਲ ਆ ਉਹ ਹਮੇਸ਼ਾ ਜਦੋਂ ਫਸਲ ਦੀ ਕਟਾਈ ਹੋ ਜਾਂਦੀ ਹੈ ਤੇ ਖੇਤ ਵਾਹੁਣ ਤੋਂ ਪਹਿਲਾਂ ਲੈਣਾ। ਜਿਵੇਂ ਕਿ ਹੁਣ ਆਪਣੇ ਸੀਜ਼ਨ ਸੀਗਾ, ਆਪਣੇ ਕਣਕ ਦੀ ਵਾਢੀ ਆ ਤਕਰੀਬਨ ਮੁਕੰਮਲ ਹੋ ਚੁੱਕੀ ਆ ਤੇ ਅੱਗੋਂ ਆਪਣੇ ਝੋਨੇ ਦਾ ਸੀਜ਼ਨ ਆ ਜਿਹੜਾ ਉਹ ਸ਼ੁਰੂ ਹੋਣਾ ਹੈ, ਤੇ ਖੇਤ ਵਾਹੁਣ ਤੋਂ ਪਹਿਲਾਂ
ਇਹ ਨਹੀਂ ਆਪਾਂ ਕਰਨਾ ਵੀ ਆਪਾਂ ਖੇਤ ਵਾਹ ਲਿਆ ਤਾਂ 2-2 ਮੁੱਠੀਆਂ ਸਾਰਾ ਥਾਵਾਂ ਚੋਂ ਚੱਕ ਕੇ ਉਹਦਾ ਸੈਂਪਲ ਬਣਾ ਲੈਣਾ। ਇਹ ਤਰੀਕਾ ਸਹੀ ਨਹੀਂ ਆ। ਖੇਤ ਵਾਹੁਣ ਤੋਂ ਪਹਿਲਾਂ ਜਿਹੜਾ ਉਹ ਮਿੱਟੀ ਦਾ ਜਿਹੜਾ ਨਮੂਨਾ ਲੈਣਾ ਹੈ, ਧਿਆਨ ਰੱਖਣਾ ਹੈ ਵੀ ਆਪਦਾ ਜਦੋਂ ਨਮੂਨਾ ਲੈਣ ਲੱਗੋ ਘੱਟ ਤੋਂ ਘੱਟ 1 ਇੰਚ ਉੱਪਰਲੀ ਤਹਿ ਮਿੱਟੀ ਦੀ ਜਿਹੜੀ ਆ ਉਹ ਖੋਤ ਲੈਣੀ ਆ, ਤਾਂ ਕਿ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਘਾਹ ਫੂਸ ਨਾ ਆਵੇ। ਕਿਉਂਕਿ ਜੇ ਮਿੱਟੀ ਦੇ ਵਿੱਚ ਘਾਹ ਫੂਸ ਆਊਗਾ ਤਾਂ ਉਹ ਤੁਹਾਡੇ ਜ਼ਮੀਨ ਦੀ ਜੈਵਿਕ ਕਾਰਬਨ ਨੂੰ ਵੱਧ ਸ਼ੋਅ ਕਰੂਗਾ ਤੇ ਲੱਗੇਗਾ ਵੀ ਮਿੱਟੀ ਦੀ ਸਿਹਤ ਬਹੁਤ ਚੰਗੀ ਹੈ, ਹਾਲਾਂਕਿ ਉਹ ਮਿੱਟੀ ਦੀ ਸਿਹਤ ਹੋ ਸਕਦਾ ਉਨੀ ਚੰਗੀ ਨਾ ਹੋਵੇ। ਸੋ ਇਹ ਧਿਆਨ ਰੱਖਣਾ ਹੈ ਵੀ ਉਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਘਾਹ ਫੂਸ ਨਾ ਆਵੇ। 1 ਇੰਚ ਮੋਟੀ ਤਹਿ ਉੱਪਰੋਂ ਖੋਤ ਲਓ। ਉਸ ਤੋਂ ਬਾਅਦ ਉਹਦੇ ਵਿੱਚ ਆਪਾਂ ਇੱਕ ਇੰਗਲਿਸ਼ ਦਾ ਜਿਵੇਂ V ਕਾਰ ਦਾ ਟੱਕ ਆ ਜਿਹੜਾ ਉਹ ਲਾਉਣਾ ਹੈ। ਜਿਵੇਂ ਕਿ ਮੇਰੇ ਥਲ ਤੁਸੀਂ ਦੇਖ ਸਕਦੇ ਹੋ, ਇੱਕ ਟੱਕ ਤੁਸੀਂ ਇਧਰਲੀ ਸਾਈਡ ਤੋਂ ਮਾਰੋਗੇ, ਇੱਕ ਇਧਰਲੀ ਸਾਈਡ ਤੋਂ ਕਈ ਜਾਂ ਖੁਰਪੇ ਦੀ ਮਦਦ ਨਾਲ, ਤਾਂ ਇੰਗਲਿਸ਼ ਦਾ ਇੱਕ V ਕਾਰ ਦਾ ਟੱਕ ਬਣ ਜਾਊਗਾ। ਉਹਦੇ ਕਿਸੇ ਇੱਕ ਐਂਗਲ ਤੋਂ, ਚਾਹੇ ਇਧਰਲੇ ਤੋਂ ਚਾਹੇ ਇਧਰਲੇ ਤੋਂ, ਤੁਸੀਂ ਕਿਸੇ ਵੀ ਇੱਕ ਐਂਗਲ ਤੋਂ 1 ਇੰਚ ਮੋਟੀ ਤਹਿ ਆ ਜਿਹੜੀ ਉਹ ਲਗਭਗ ਥੱਲੇ ਨੂੰ ਜਾਂਦਿਆਂ 6 ਇੰਚ ਡੂੰਘਾ ਟੱਕ ਆ ਉਹ ਲਾ ਕੇ 15 ਸੈਂਟੀਮੀਟਰ ਉਹ ਡੂੰਘਾ ਟੱਕ ਲਾ ਕੇ ਤੁਸੀਂ ਮਿੱਟੀ ਦਾ ਸੈਂਪਲ ਉਹ ਲੈ ਸਕਦੇ ਹੋ। ਇਸੇ ਤਰ੍ਹਾਂ ਇਹ ਨਮੂਨਾ ਜਿਹੜਾ ਲਗਭਗ ਜਿਵੇਂ ਕਿ ਪਹਿਲਾਂ ਦੱਸਿਆ ਹੈ, ਇਸੇ ਤਰ੍ਹਾਂ ਦਾ ਨਮੂਨਾ ਖੇਤ ਚੋਂ ਲਗਭਗ ਇੱਕ ਖੇਤ ਚੋਂ 5 ਜਾਂ 6 ਜਗ੍ਹਾ ਤੋਂ ਜਾਂ 4 ਜਾਂ 5 ਜਗ੍ਹਾ ਤੋਂ ਮੈਕਸਿਮਮ ਤੁਸੀਂ ਲੈ ਸਕਦੇ ਹੋ। ਉਹਨੂੰ ਮਿਕਸ ਕਰਕੇ ਉਹਦੇ ਵਿੱਚੋਂ ਅੱਗੇ 1 ਕਿਲੋ ਮਿੱਟੀ ਜਿਹੜੀ ਆ ਤੁਸੀਂ ਉਹ ਲੈ ਲੈਣੀ ਹੈ। ਕਿਸਾਨ ਵੀਰੋ, ਡਾਕਟਰ ਸਾਹਿਬ ਨੇ ਤੁਹਾਨੂੰ ਬਹੁਤ ਹੀ ਵਧੀਆ ਦੱਸਿਆ ਕਿ ਕਿਸ ਤਰ੍ਹਾਂ ਅਸੀਂ ਕਿਹੜੀ ਤਹਿ ਦੇ ਵਿੱਚੋਂ ਕਿਵੇਂ ਮਿੱਟੀ ਦਾ ਨਮੂਨਾ ਲੈਣਾ ਆ। ਸੋ ਆਪਾਂ ਥੋੜ੍ਹਾ ਜਿਹਾ ਹੋਰ ਅੱਗੇ ਨੂੰ ਚੱਲਦੇ ਹਾਂ। ਡਾਕਟਰ ਸਾਹਿਬ, ਕਈ ਵਾਰੀ ਕਿਸਾਨ ਵੀਰ ਕੀ ਕਰਦੇ ਆ, ਬਹੁਤ ਡੂੰਘਾ ਸੈਂਪਲ ਲੈ ਲੈਂਦੇ ਆ, ਜਾਂ ਤੁਸੀਂ ਜਿਵੇਂ ਦੱਸਿਆ, ਕਿਉਂਕਿ ਆਮ ਤੌਰ 'ਤੇ ਦੋਸਤੋ ਜਿਹੜੀਆਂ ਫਸਲਾਂ ਦੀਆਂ ਜੜ੍ਹਾਂ ਨੇ ਨਾ ਖੁਰਾਕੀ ਤੱਤ ਲੈਣ ਵਾਲੀਆਂ, ਡਾਕਟਰ ਸਾਹਿਬ ਨੇ ਤਾਂ ਕਿਹਾ ਉੱਪਰਲੇ 6 ਇੰਚ ਤੋਂ ਲੈਣਾ, ਉਹ 6 ਇੰਚ ਦੇ ਵਿੱਚ ਹੀ ਕੰਮ ਕਰਦੀਆਂ ਨੇ, ਜ਼ਿਆਦਾ ਉੱਪਰੋਂ ਹੀ ਖੁਰਾਕ ਲੈਂਦੀਆਂ ਨੇ। ਇਸ ਲਈ ਆਪਾਂ ਉਹੀ ਜ਼ਮੀਨ ਆ ਜਿਹੜੀ ਉੱਪਰਲੀ 1 ਗਿੱਠ ਦੀ ਉਹੀ ਟੈਸਟ ਕਰਵਾਉਣੀ ਆ, ਅਤੇ ਆਪਾਂ ਥੋੜ੍ਹਾ ਘਾਹ ਫੂਸ ਉੱਤੋਂ ਲਾ ਕੇ, ਜਿਵੇਂ ਇਹਨਾਂ ਨੇ ਦੱਸਿਆ ਕਿ 1 ਇੰਚ ਉੱਤੋਂ ਤਹਿ ਖੋਤ ਲਓ, ਅਤੇ ਉਸ ਤੋਂ ਬਾਅਦ ਥੱਲੇ ਫਿਰ 6 ਇੰਚ ਦਾ V ਸ਼ੇਪ, ਜਿਵੇਂ ਇਹਨਾਂ ਨੇ ਦੱਸਿਆ ਇੰਗਲਿਸ਼ ਦਾ ਅੱਖਰ ਹੈ, ਇੱਕ ਸਾਈਡ ਤੋਂ 1-1 ਇੰਚ ਆ ਜਿਹੜੀ ਮਿੱਟੀ ਉਹ ਲਾ ਲਓ। 1 ਇੰਚ ਮਿੱਟੀ ਲਾ ਕੇ ਤੇ ਉਹਨੂੰ ਲਿਫਾਫੇ 'ਚ 5-6 ਥਾਵਾਂ ਤੋਂ ਨਾ ਡਾਕਟਰ ਸਾਹਿਬ। ਬਿਲਕੁਲ ਜੀ। ਸੋ ਗੱਲ ਇਹ ਹੈ ਵੀ ਡਾਕਟਰ ਸਾਹਿਬ ਦੇਖੋ, ਮਿੱਟੀ ਲੈਣ ਲੱਗਿਆਂ ਜਦੋਂ ਕਿਸਾਨ ਵੀਰਾਂ ਨੇ ਨਾ ਉਹਨੂੰ ਥੈਲੀ 'ਚ ਪਾਉਣਾ, ਥੋੜ੍ਹਾ ਜਿਹਾ ਉਸ ਤੋਂ ਪਹਿਲਾਂ ਕਈ ਵਾਰੀ ਜ਼ਮੀਨ ਗਿੱਲੀ ਹੁੰਦੀ ਆ, ਉਹਦੇ ਵਿੱਚ ਘਾਹ ਫੂਸ ਹੁੰਦਾ ਆ, ਅਤੇ ਕਿੰਨੇ ਸੈਂਪਲ ਨੂੰ ਇਕੱਠੇ ਕਰਕੇ ਕਿਵੇਂ ਥੈਲੀ ਦੇ ਵਿੱਚ ਪਾ ਕੇ ਲੈ ਕੇ ਆਉਣ, ਕਿ ਉਹ ਪੋਲੀਥੀਨ ਦੇ ਵਿੱਚ ਪਾ ਕੇ ਲਿਆਉਣ ਜਾਂ ਕੱਪੜੇ ਦੀ ਥੈਲੀ 'ਚ ਪਾ ਕੇ ਲਿਆਉਣ, ਥੋੜ੍ਹਾ ਜਿਹਾ ਵਿਸਥਾਰ ਨਾਲ ਦੱਸ ਦਿਓ ਕਿ ਉੱਤੇ ਨਾਮ ਵਗੈਰਾ ਵੀ ਲਿਖਣਾ। ਜਦੋਂ ਆਪਾਂ ਹੁਣ ਮਿੱਟੀ ਦਾ ਸੈਂਪਲ ਲੈ ਲਿਆ, ਉਸ ਤੋਂ ਬਾਅਦ ਅਗਲਾ ਹੈ ਵੀ ਉਹਨੂੰ ਤਿਆਰ ਕਰਕੇ ਥੈਲੀ 'ਚ ਪਾਉਣਾ। ਉਹਦੇ ਲਈ ਕੋਸ਼ਿਸ਼ ਕਰੋ ਕਿਸਾਨ ਵੀਰੋ, ਜੇ ਤੁਹਾਡੇ ਕੋਲ ਕੋਈ ਕੱਪੜੇ ਦੀ ਥੈਲੀ ਹੈ ਤਾਂ ਕੱਪੜੇ ਦੀ ਥੈਲੀ ਦੇ ਵਿੱਚ ਪਾਓ ਤਾਂ ਜ਼ਿਆਦਾ ਵਧੀਆ, ਕਿਉਂਕਿ ਉਹਨੂੰ ਸੁਕਾਉਣਾ ਉਨਾ ਹੀ ਸੌਖਾ ਹੋਊਗਾ। ਜੇ ਨਹੀਂ ਵੀ ਕੱਪੜੇ ਦੀ ਥੈਲੀ ਤਾਂ ਤੁਸੀਂ ਕਿਸੇ ਵੀ ਪੋਲੀਥੀਨ ਲਿਫਾਫੇ 'ਚ ਵੀ ਸੈਂਪਲ ਪਾ ਕੇ ਲਿਆ ਸਕਦੇ ਹੋ। ਧਿਆਨ ਰੱਖਣਾ ਹੈ ਵੀ ਉਸ ਦੇ ਵਿੱਚ ਕੁਝ ਗੱਲਾਂ ਦਾ ਵਿਸਥਾਰਪੂਰਵਕ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਪਹਿਲਾਂ ਤਾਂ ਉਸ ਦੇ ਉੱਤੇ ਆਪਦਾ ਨਾਮ, ਪਿੰਡ ਦਾ ਨਾਮ, ਮੋਬਾਈਲ ਨੰਬਰ ਆ ਉਹ ਜ਼ਰੂਰ ਲਿਖੋ। ਦੂਸਰਾ, ਉਸ ਤੋਂ ਬਾਅਦ ਕਿਹੜੇ ਖੇਤ ਦਾ, ਕਿਉਂਕਿ ਹਰ ਜ਼ਿਮੀਂਦਾਰ ਕਿਸਾਨ ਨੇ ਆਪਣੇ ਖੇਤ ਦਾ ਕੋਈ ਨਾ ਕੋਈ ਨਾਂ ਰੱਖਿਆ ਹੁੰਦਾ ਵੀ ਇਹ ਮੇਰਾ ਟਾਹਲੀ ਵਾਲਾ ਖੇਤ ਆ ਜਾਂ ਮੇਰਾ ਅੰਬ ਵਾਲਾ ਖੇਤ ਆ, ਜਾਂ ਜਿਹੜਾ ਵੀ ਤੁਸੀਂ ਉਹਨੂੰ ਨਾਮ ਦਿੱਤਾ ਹੈ, ਚਾਹੇ ਤਾਂ ਉਹ ਨਾਮ ਦੇ ਦਿਓ, ਜਾਂ ਉਹਨਾਂ ਸੈਂਪਲਾਂ ਦੇ ਉੱਤੇ ਤੁਸੀਂ 1 2 3 4 ਲਿਖ ਕੇ ਜਿੰਨੇ ਵੀ ਖੇਤਾਂ ਦੇ ਨੇ ਉਹਨਾਂ ਨੂੰ ਨੰਬਰਿੰਗ ਕਰ ਸਕਦੇ ਹੋ। ਅਤੇ ਉਹ ਨੰਬਰਿੰਗ ਤੁਹਾਡੇ ਕੋਲ ਜ਼ਰੂਰ ਲਿਖੀ ਹੋਣੀ ਚਾਹੀਦੀ ਹੈ ਤਾਂ ਕਿ ਤੁਹਾਨੂੰ ਪਤਾ ਹੋਵੇ ਵੀ 1 ਨੰਬਰ ਸੈਂਪਲ ਕਿਹੜੇ ਖੇਤ ਦਾ ਸੀਗਾ। ਉਸ ਤੋਂ ਬਾਅਦ ਕਿਸਾਨ ਵੀਰੋ, ਇਹਨਾਂ ਜਾਣਕਾਰੀ ਦੇਣ ਤੋਂ ਬਾਅਦ ਖਾਸ ਜਾਣਕਾਰੀ ਜਿਹੜੀ ਕੋਈ ਵੀ ਕਿਸੇ ਦੀ ਤਰ੍ਹਾਂ ਦੀ ਤੁਹਾਡੀ ਜ਼ਮੀਨ ਦੇ ਵਿੱਚ ਪ੍ਰੋਬਲਮ ਆ, ਜੇ ਕੋਈ ਲੱਗਦਾ ਵੀ ਇਸ ਦੇ ਵਿੱਚ ਕਲਰ ਦੀ ਸਮੱਸਿਆ ਹੈ ਜਾਂ ਇਸ ਦੇ ਵਿੱਚ ਕੋਈ ਸੇਮ ਦੀ ਪ੍ਰੋਬਲਮ ਹੈ ਜਾਂ ਹੋਰ ਕੋਈ ਵੀ ਵਿਸ਼ੇਸ਼ ਕਥਨ ਜਿਹੜਾ ਤੁਸੀਂ ਦੇਣਾ ਚਾਹੋ, ਤਾਂ ਉਹ ਵੀ ਵਿਸ਼ੇਸ਼ ਕਥਨ ਨਾਲ ਜ਼ਰੂਰ ਦੇ ਕੇ ਜਾਓ ਤਾਂ ਕਿ ਸਾਨੂੰ ਉਸ ਤੋਂ ਪਤਾ ਲੱਗ ਸਕੇ ਵੀ ਇਸ ਦੇ ਵਿੱਚ ਇਹ ਪ੍ਰੋਬਲਮ ਆ, ਅਤੇ ਆਪਾਂ ਉਸ ਮਿੱਟੀ ਦਾ ਜਿਹੜਾ ਨਮੂਨਾ ਹੈ ਉਹਦਾ ਪਰਖ ਆ ਜਿਹੜੀ ਉਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਹੋਰ ਚੰਗੀ ਤਰ੍ਹਾਂ ਕਰ ਸਕੀਏ। ਜੀ ਡਾਕਟਰ ਸਾਹਿਬ, ਤੁਸੀਂ ਦੱਸਿਆ ਕਿ ਸੈਂਪਲ ਜਿਹੜਾ ਕੱਪੜੇ ਦੀ ਥੈਲੀ 'ਚ ਵੀ ਲਿਆ ਸਕਦੇ ਹਾਂ ਅਤੇ ਪੋਲੀਥੀਨ ਬੈਗ ਦੇ ਵਿੱਚ ਵੀ ਲਿਆ ਸਕਦੇ ਹਾਂ, ਹੈ ਨਾ। ਸੋ ਗੱਲ ਇਹ ਆ ਕਿਸਾਨ ਵੀਰੋ, ਮਿੱਟੀ ਗਿੱਲੀ ਨਾ ਹੋਵੇ। ਜੇ ਗਿੱਲੀ ਹੈ ਪੋਲੀਥੀਨ 'ਚ ਪਾ ਕੇ ਲਿਆਵਾਂਗੇ ਉਹਨੇ ਡਲਾ ਬਣ ਜਾਣਾ ਆ ਅਤੇ ਸਾਨੂੰ ਅੱਗੇ ਟੈਸਟ ਕਰਨਾ ਬੜਾ ਔਖਾ ਆ। ਸੋ ਜ਼ਰੂਰੀ ਹੈ ਕਿ ਜੇ ਕੱਪੜੇ ਦੀ ਥੈਲੀ 'ਚ ਪਹਿਲਾਂ ਹੀ ਛਾਵੇਂ ਸੁਕਾ ਕੇ ਲਿਆਈਏ, ਪਾਈਆ ਕੁ ਮਿੱਟੀ ਸਾਰੇ 'ਚੋਂ ਕੱਢ ਕੇ ਉਹਨੂੰ ਪੋਲੀਥੀਨ ਬੈਗ 'ਚ ਪਾ ਲਈਏ ਸੁਕਾ ਕੇ, ਕਿਉਂਕਿ ਆਮ ਤੌਰ 'ਤੇ ਕੱਪੜੇ ਦੀ ਥੈਲੀ ਸਾਨੂੰ ਨਹੀਂ ਮਿਲਦੀ ਅਤੇ ਅਸੀਂ ਪੋਲੀਥੀਨ ਜ਼ਿਆਦਾ ਸਾਨੂੰ ਸੌਖਾ ਮਿਲ ਜਾਂਦਾ, ਇਹਦੇ ਵਿੱਚ ਪਾ ਕੇ ਲਿਆਉਂਦੇ ਹਾਂ। ਤਾਂ ਕੋਸ਼ਿਸ਼ ਕਰੀਏ ਉਹਨੂੰ ਸੁਕਾ ਕੇ, ਢੇਲੇ ਵਗੈਰਾ ਤੋੜ ਕੇ ਅਸੀਂ ਫਿਰ ਉਹਦੇ ਵਿੱਚ ਪਾ ਕੇ ਲੈ ਕੇ ਆਈਏ। ਸੋ ਡਾਕਟਰ ਸਾਹਿਬ, ਇਨਫੋਰਮੇਸ਼ਨ ਉੱਤੇ ਲਿਖਣੀ
ਬਹੁਤ ਜ਼ਰੂਰੀ ਹੈ ਨਾ। ਸੋ ਕੀ ਪਰਚੀ ਵਿੱਚ ਪਾਉਣ ਜਾਂ ਬਾਹਰ ਹੀ ਲਿਖ ਦੇਣ, ਕਿੱਦਾਂ ਕਰਨੋਂ? ਕਿਉਂਕਿ ਕਈ ਵਾਰੀ ਮਿੱਟੀ ਗਿੱਲੀ ਵੀ ਹੁੰਦੀ ਆ, ਉਹ ਪਰਚੀ ਗਲ ਜਾਂਦੀ ਆ, ਮੁੜ ਕੇ ਪਤਾ ਹੀ ਨਹੀਂ ਲੱਗਦਾ ਸੈਂਪਲ ਕਿਹਦਾ। ਥੋੜ੍ਹਾ ਜਿਹਾ ਇਹਦੇ ਸੰਬੰਧੀ ਜ਼ਰੂਰ ਆਪਾਂ ਨੂੰ ਦੱਸੋ। ਹਾਂਜੀ, ਜਿਵੇਂ ਕਿ ਆਪਾਂ ਦੱਸਿਆ ਹੀ ਆ ਵੀ ਪਹਿਲਾਂ ਵੀ ਕੱਪੜੇ ਦੀ ਥੈਲੀ ਦਾ ਇਸਤੇਮਾਲ ਕਰ ਲਓ ਤਾਂ ਜ਼ਿਆਦਾ ਵਧੀਆ ਹੈ। ਦੂਸਰਾ, ਕੋਸ਼ਿਸ਼ ਕਰੋ ਵੀ ਗਿੱਲੀ ਮਿੱਟੀ ਨਾ ਹੋਵੇ। ਜੇ ਮਿੱਟੀ ਗਿੱਲੀ ਹੈ ਤੁਹਾਡੀ ਤਾਂ ਫਿਰ ਤੁਸੀਂ ਉਹਦੇ ਉੱਤੇ ਮਾਰਕਰ ਦੇ ਨਾਲ, ਜਿਹੜਾ ਕਿ ਨਾ ਮਿਟਣ ਵਾਲਾ ਹੋਵੇ, ਉਹਦੇ ਪੱਕੇ ਮਾਰਕਰ ਦੇ ਨਾਲ ਆਪਦੇ ਲਿਫਾਫੇ ਦੇ ਉੱਤੇ ਉਹਦਾ ਜਿਹੜੀ ਇਹ ਸਾਰੀ ਇਨਫੋਰਮੇਸ਼ਨ ਆ ਤੁਸੀਂ ਲਿਖ ਸਕਦੇ ਹੋ। ਨਹੀਂ ਤਾਂ ਕੋਸ਼ਿਸ਼ ਕਰੋ ਵੀ ਮਿੱਟੀ ਸੁਕਾ ਕੇ ਤੇ ਇੱਕ ਪੇਜ ਦੇ ਉੱਤੇ ਸਾਰੀ ਜਾਣਕਾਰੀ ਲਿਖ ਕੇ ਥੈਲੀ ਦੇ ਵਿੱਚ ਵੀ ਪਾਓ ਅਤੇ ਜਦੋਂ ਨਮੂਨਾ ਦੇਣ ਤੁਸੀਂ ਕਿਸੇ ਵੀ ਲੈਬੋਰਟਰੀ ਦੇ ਵਿੱਚ ਜਾ ਰਹੇ ਹੋ ਤਾਂ ਉੱਥੋਂ ਦੇ ਕੰਸਰਨਡ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਉਹ ਸਾਰੀ ਇਨਫੋਰਮੇਸ਼ਨ ਜਦੋਂ ਨਮੂਨਾ ਜਮ੍ਹਾਂ ਕਰਾਉਣ ਆਉਂਦੇ ਹੋ ਤਾਂ ਆਪਦੇ ਹੱਥੀਂ ਵੀ ਉਹ ਜਿਹੜੀ ਸਾਰੀ ਇਨਫੋਰਮੇਸ਼ਨ ਆ ਜ਼ਰੂਰ ਦਿਓ। ਥੋੜ੍ਹੀ ਜਿਹੀ ਗੱਲ ਆਪਾਂ ਲੈਬੋਰਟਰੀ ਜਾਣ ਤੋਂ ਪਹਿਲਾਂ, ਕਿਉਂਕਿ ਕਿਸਾਨ ਵੀਰ ਨੇ ਲੈਬੋਰਟਰੀ ਤਾਂ ਜਾਣਾ ਹੀ ਆ, ਉਹ ਪਾਣੀ ਦਾ ਸੈਂਪਲ ਵੀ ਨਾਲ ਲਵੇ ਤਾਂ ਬਹੁਤ ਵਧੀਆ, ਕਿਉਂਕਿ ਪਾਣੀ ਵੀ ਜ਼ਮੀਨ ਦੇ ਵਿੱਚੋਂ ਹੀ ਆ ਰਿਹਾ, ਕਿਹੜੇ ਤੱਤ ਉਹ 'ਚੋਂ ਨਿਕਲ ਰਿਹਾ, ਕਿਹੜੇ ਨਹੀਂ ਨਿਕਲ ਰਹੇ, ਥੋੜ੍ਹਾ ਜਿਹਾ ਉਹਦੇ ਸੰਬੰਧ ਵੀ ਜਾਣਕਾਰੀ ਉਹਨੂੰ ਮਿਲ ਜਾਵੇ। ਸੋ ਪਾਣੀ ਦਾ ਨਮੂਨਾ ਕਿਵੇਂ ਲੈਣਾ, ਥੋੜ੍ਹਾ ਜਿਹਾ ਇਹ ਵੀ ਸਾਡੇ ਕਿਸਾਨ ਵੀਰਾਂ ਨੂੰ ਜ਼ਰੂਰ ਦੱਸੋ। ਹਾਂਜੀ ਕਿਸਾਨ ਵੀਰੋ, ਆਪਾਂ ਅਕਸਰ ਹੀ ਇਸ ਗੱਲ ਨੂੰ ਨਗੌਲਿਆ ਕਰ ਦਿੰਦੇ ਹਾਂ ਵੀ ਆਪਾਂ ਮਿੱਟੀ ਦਾ ਪਰਖ ਤਾਂ ਕਰਵਾ ਲੈਂਦੇ ਹਾਂ, ਪਰ ਪਾਣੀ ਪਰਖ ਵੱਲ ਆਪਾਂ ਜ਼ਿਆਦਾ ਧਿਆਨ ਨਹੀਂ ਦਿੰਦੇ। ਪਰ ਲੋੜ ਆ ਵੀ ਨਾਲ ਹੀ ਆਪਾਂ ਨੂੰ ਪਾਣੀ ਦੀ ਜਿਹੜੀ ਆ ਉਹਦੀ ਪਰਖ ਵੀ ਜ਼ਰੂਰ ਕਰਵਾਉਣੀ ਚਾਹੀਦੀ ਆ। ਉਸ ਦੇ ਲਈ ਨਮੂਨਾ ਲੈਣ ਲਈ ਕਿਸਾਨ ਵੀਰੋ ਤੁਸੀਂ ਆਪਦਾ ਜਿਹੜਾ ਟਿਊਬਵੈੱਲ ਆ ਉਹਨੂੰ ਲਗਭਗ ਅੱਧਾ ਘੰਟਾ ਚਲਾ ਕੇ ਰੱਖਣਾ ਹੈ। ਅੱਧਾ ਘੰਟਾ ਚਲਾਉਣ ਤੋਂ ਬਾਅਦ ਕਿਸੇ ਵੀ, ਕੋਸ਼ਿਸ਼ ਕਰੋ ਜੇ ਕੱਚ ਦੀ ਬੋਤਲ ਮਿਲ ਜੇ ਤਾਂ ਜ਼ਿਆਦਾ ਵਧੀਆ ਹੈ, ਉਸ ਕੱਚ ਦੀ ਬੋਤਲ ਨੂੰ ਵਿੱਚ ਤੁਸੀਂ ਉਹ ਜਿਹੜਾ ਸੈਂਪਲ ਆਪਦਾ ਪਾਣੀ ਦਾ ਭਰ ਲੈਣਾ। ਧਿਆਨ ਰੱਖਣਾ ਹੈ ਵੀ ਜਿਹੜੀ ਆਪਾਂ ਕੱਚ ਦੀ ਬੋਤਲ ਵਰਤ ਰਹੇ ਹਾਂ ਉਹਨੂੰ ਕਿਸੇ ਸਾਬਣ ਜਾਂ ਸਰਫ ਨਾਲ ਨਾ ਧੋਤਾ ਜਾਵੇ। ਉਹਨੂੰ ਜੇ ਤੁਸੀਂ ਕਹ ਲਓ ਕੀਟਾਣੂ ਰਹਿਤ ਕਰਨਾ ਹੈ ਤਾਂ ਉਸ ਨੂੰ ਆਪਾਂ ਕਿਸੇ ਅਲਕੋਹਲ ਦੇ ਨਾਲ ਉਹਨੂੰ ਕੀਟਾਣੂ ਰਹਿਤ ਕਰ ਸਕਦੇ ਹਾਂ, ਜਾਂ ਉਹਨੂੰ ਧੋ ਕੇ ਕਾਫੀ ਟਾਈਮ ਇੱਕ ਦਿਨ ਧੁੱਪੇ ਸੁਕਾ ਲਓ, ਉਸ ਦੇ ਨਾਲ ਵੀ ਉਹ ਕੀਟਾਣੂ ਰਹਿਤ ਹੋ ਜਾਂਦੀ ਹੈ। ਤੇ ਕੋਸ਼ਿਸ਼ ਕਰੋ ਵੀ ਕੱਚ ਦੀ ਬੋਤਲ ਦੇ ਵਿੱਚ ਅੱਧਾ ਘੰਟਾ ਟਿਊਬਵੈੱਲ ਚਲਾਉਣ ਤੋਂ ਬਾਅਦ ਉਹ ਜਿਹੜਾ ਪਾਣੀ ਦਾ ਸੈਂਪਲ ਆ ਉਹ ਜਮ੍ਹਾਂ ਕਰਵਾਓ। ਤੇ ਜਿਵੇਂ ਕਿ ਅਸੀਂ ਮਿੱਟੀ ਪਰਖ ਦੇ ਲਈ ਦੱਸਿਆ ਵੀ ਮਿੱਟੀ ਦਾ ਨਮੂਨਾ ਲੈਣ ਤੋਂ ਬਾਅਦ ਜੋ ਇਨਫੋਰਮੇਸ਼ਨ ਚਾਹੀਦੀ ਆ ਉਹੀ ਸਾਰੀ ਇਨਫੋਰਮੇਸ਼ਨ ਤੁਸੀਂ ਆਪਦੇ ਪਾਣੀ ਦੇ ਸੈਂਪਲ ਦੇ ਉੱਤੇ ਵੀ ਲਿਖ ਕੇ ਪਾਣੀ ਦਾ ਸੈਂਪਲ ਜਮ੍ਹਾਂ ਕਰਵਾ ਸਕਦੇ ਹੋ। ਡਾਕਟਰ ਸਾਹਿਬ, ਤੁਸੀਂ ਬਿਲਕੁਲ ਪਾਣੀ ਦਾ ਨਮੂਨਾ ਕਿਸ ਤਰ੍ਹਾਂ ਕਿਸਾਨ ਵੀਰ ਨੇ ਖੇਤ ਦੇ ਵਿੱਚੋਂ ਲੈਣਾ, ਭਲੀ ਭਾਂਤੀ ਸਾਡੇ ਕਿਸਾਨ ਵੀਰ ਇਸ ਸੰਬੰਧੀ ਜਾਣਕਾਰ ਤੁਹਾਡੇ ਕੋਲ ਹੋਣਗੇ ਕਿ ਅਸੀਂ ਮਿੱਟੀ ਦਾ ਸੈਂਪਲ ਅਤੇ ਪਾਣੀ ਦਾ ਸੈਂਪਲ ਕਿਸ ਤਰ੍ਹਾਂ ਲੈਬੋਰਟਰੀ ਦੇ ਵਿੱਚ ਲੈ ਕੇ ਜਾਣਾ। ਇੱਥੇ ਮੈਂ ਕਿਸਾਨ ਵੀਰੋ ਇੱਕ ਗੱਲ ਤੁਹਾਨੂੰ ਜ਼ਰੂਰ ਕਹਿਣੀ ਚਾਹੂੰਗਾ, ਕਿਉਂਕਿ ਕਈ ਵਾਰੀ ਆਪਣੇ ਬੋਤਲਾਂ ਕਾਫੀ ਪੁਰਾਣੀਆਂ ਘਰ 'ਚ ਪਈਆਂ ਹੁੰਦੀਆਂ ਨੇ, ਢੱਕਣ ਦੇ ਵਿੱਚੋਂ ਡਾਕਟਰ ਸਾਹਿਬ ਕਾਰਕ ਜ਼ਰੂਰ ਕੱਢ ਦੇਣਾ, ਕਿਉਂਕਿ ਕਾਰਕ ਦੇ ਵਿੱਚ ਵੀ ਕਈ ਵਾਰੀ ਕੀਟਾਣੂ ਲੱਗੇ ਰਹਿ ਜਾਂਦੇ ਆ ਜਿਹੜੇ ਸਾਡੇ ਸੈਂਪਲ ਨੂੰ ਖਰਾਬ ਕਰਦੇ ਆ ਅਤੇ ਅੱਗੇ ਜਾ ਕੇ ਸਾਡੇ ਟੈਸਟਿੰਗ ਦੇ ਵਿੱਚ ਫਰਕ ਪੈ ਜਾਂਦਾ ਹੈ ਨਾ। ਸੋ ਕਿਸਾਨ ਵੀਰੋ, ਬਿਲਕੁਲ ਸਾਫ਼ ਸੁਥਰੀ ਬੋਤਲ, ਉਹਦੇ 'ਤੇ ਉਸੇ ਤਰ੍ਹਾਂ ਪਰਚੀ ਲਿਖ ਕੇ ਲਾਉਣੀ ਆ, ਨਾਮ ਪਿਤਾ ਦਾ ਨਾਮ ਜਿੱਦਾਂ ਇਹਨਾਂ ਨੇ ਦੱਸਿਆ ਹੀ ਆ, ਪਿੰਡ ਦਾ ਨਾਮ, ਪਾਣੀ ਦੀ ਡੂੰਘਾਈ, ਬੋਰ ਦੀ ਡੂੰਘਾਈ, ਜੇ 2-3 ਬੋਰ ਦਾ ਲੈ ਕੇ ਜਾ ਰਹੇ ਹੋ ਤਾਂ ਖੇਤ ਦਾ ਨਾਮ, ਟਿਊਬਵੈੱਲ ਦੀ ਨਿਸ਼ਾਨੀ ਜ਼ਰੂਰ ਰੱਖਣੀ ਆ, ਤਾਂ ਕਿ ਇੱਕੋ ਕਾਗਜ਼ ਦੇ ਉੱਤੇ ਤੁਹਾਨੂੰ ਇਹ ਰਿਪੋਰਟਾਂ ਮੁੜ ਕੇ ਮਿਲਣੀਆਂ ਨੇ ਅਤੇ ਰਿਪੋਰਟਾਂ ਆਪਸ ਵਿੱਚ ਮਿਲ ਗਈਆਂ ਤਾਂ ਫਿਰ ਤੁਹਾਨੂੰ ਪਤਾ ਨਹੀਂ ਲੱਗਣਾ ਕਿ ਕਿਹੜੇ ਟਿਊਬਵੈੱਲ ਦਾ ਕਿਹੜਾ ਪਾਣੀ ਟੈਸਟ ਸੀ, ਕੀ ਰਿਜ਼ਲਟ ਉਹਦਾ ਆਇਆ। ਸੋ ਡਾਕਟਰ ਸਾਹਿਬ, ਇੱਥੇ ਥੋੜ੍ਹਾ ਜਿਹਾ ਆਪਾਂ ਸਾਡੇ ਬਾਗਬਾਨ ਭਰਾਵਾਂ ਨੂੰ ਵੀ ਜਾਣਕਾਰੀ ਦੇਣੀ ਚਾਹਾਂਗੇ ਕਿ ਕਿਸ ਤਰ੍ਹਾਂ ਬਾਗਬਾਨੀ ਜੇ ਕਰਨੀ ਆ, ਕਿ ਪਹਿਲਾਂ ਬਾਗ ਲਾਉਣ ਤੋਂ ਪਹਿਲਾਂ ਹੀ ਟੈਸਟ ਕਰਨਾ ਕਿ ਬਾਅਦ ਦੇ ਵਿੱਚ ਵੀ ਹੋ ਜਾਂਦਾ ਹੈ। ਥੋੜ੍ਹਾ ਜਿਹਾ ਇਹ ਵੀ ਦੱਸੋ ਕਿ ਨਮੂਨਾ ਕਿੱਦਾਂ ਲੈਣਾ ਹੈ ਆਪਾਂ ਬਾਗਬਾਨੀ ਲਾਉਣ ਲਈ। ਬਾਗਬਾਨੀ ਜਿਹੜੇ ਕਿਸਾਨ ਕਰਦੇ ਨੇ ਉਹਨਾਂ ਦੇ ਲਈ ਇੱਕ ਬੜੀ ਮਹੱਤਵਪੂਰਨ ਜਾਣਕਾਰੀ ਹੈ ਵੀ ਆਪਾਂ ਜਿਹੜਾ ਮਿੱਟੀ ਦਾ ਜਿਹੜਾ ਪਰਖ ਆ ਜਿਹੜੀ ਉਹ ਬਾਗ ਲਾਉਣ ਤੋਂ ਪਹਿਲਾਂ ਕਰਾਈ ਜਾਵੇ ਤਾਂ ਜ਼ਿਆਦਾ ਵਧੀਆ, ਕਿਉਂਕਿ ਅਕਸਰ ਹੀ ਦੇਖਣ ਦੇ ਵਿੱਚ ਆਉਂਦਾ ਕਈ ਵਾਰੀ ਕਈ ਕਿਸਾਨਾਂ ਨੂੰ ਪ੍ਰੋਬਲਮ ਆਉਂਦੀ ਆ ਵੀ ਸਾਡਾ ਬਾਗ ਨਹੀਂ ਚੱਲਿਆ, ਕਿਉਂਕਿ ਉਹ ਹੋ ਸਕਦਾ ਵੀ ਉਹ ਆਪਣੇ ਮਿੱਟੀ ਦੇ ਵਿੱਚ ਹੀ ਸਮੱਸਿਆ ਹੋਵੇ। ਇਸ ਲਈ ਮੈਂ ਤਾਂ ਸੁਝਾਅ ਦਊਂਗਾ ਵੀ ਜਿਹੜਾ ਵੀ ਕੋਈ ਕਿਸਾਨ ਆ ਕੋਈ ਬਾਗ ਲਾਉਣਾ ਚਾਹੁੰਦਾ, ਕਿਉਂਕਿ ਬਾਗ ਲਾਉਣ ਤੇ ਪਹਿਲਾਂ ਜਿਹੜਾ ਸਟਾਰਟਿੰਗ ਦੇ ਵਿੱਚ ਖਰਚਾ ਕਾਫੀ ਆ ਜਾਂਦਾ ਹੈ ਤੇ ਉਹ ਕਿਸੇ ਕਾਰਨਾਂ ਕਰਕੇ ਆਪਣਾ ਮਿੱਟੀ ਪਰਖ ਨਾ ਹੋਣ ਕਰਕੇ ਖਰਾਬ ਹੋਵੇ, ਉਹਦੇ ਨਾਲ ਚੰਗਾ ਹੈ ਵੀ ਆਪਾਂ ਪਹਿਲਾਂ ਹੀ ਪਰਖ ਕਰਵਾਈਏ। ਸੋ ਬਾਗਾਂ ਦੇ ਲਈ ਜਿਹੜਾ ਮਿੱਟੀ ਦਾ ਨਮੂਨਾ ਹੈ ਉਹ ਅਲੱਗ ਤਰ੍ਹਾਂ ਲਿਆ ਜਾਂਦਾ ਹੈ ਬਾਗ ਦੇ ਲਈ, ਕਿਉਂਕਿ ਆਪਾਂ ਨੂੰ ਮੇਨ ਆਪਾਂ ਵੱਡੇ ਬੂਟੇ ਲਾਉਣੇ ਆ ਇੱਥੇ। ਸੋ ਇਹਦੇ ਲਈ ਇੱਕ 6 ਫੁੱਟ ਡੂੰਘਾ ਟੋਆ ਮਾਰ ਕੇ ਉਹਦੇ ਵਿੱਚੋਂ ਲਗਭਗ 7 ਸੈਂਪਲ ਨੇ ਜਿਹੜੇ ਉਹ ਕਿਸਾਨ ਵੀਰੋ ਲੈਣੇ ਪੈਂਦੇ ਨੇ। ਤੁਸੀਂ ਪਹਿਲਾਂ 6 ਫੁੱਟ ਡੂੰਘਾ ਟੋਆ ਜਿਹੜਾ ਉਹ ਮਾਰ ਲੈਣਾ ਹੈ, ਉਸ ਦੇ ਵਿੱਚੋਂ ਪਹਿਲੇ 1 ਫੁੱਟ ਚੋਂ 2 ਸੈਂਪਲ ਨੇ ਜਿਹੜੇ ਉਹ ਲੈਣੇ ਨੇ ਤੇ ਅੱਗੇ ਜਿਹੜੇ 5 ਸੈਂਪਲ ਨੇ ਉਹ ਹਰ 1-1 ਫੁੱਟ ਚੋਂ, ਪਹਿਲੇ ਅੱਧੇ ਫੁੱਟ ਦਾ 1 ਸੈਂਪਲ, ਫਿਰ ਅੱਧੇ 1 ਫੁੱਟ ਦਾ ਸੈਂਪਲ, ਉਸ ਤੋਂ ਬਾਅਦ 2 ਫੁੱਟ ਤੋਂ, 3 ਫੁੱਟ ਤੋਂ, 4 ਫੁੱਟ ਤੋਂ, 5 ਫੁੱਟ ਤੋਂ ਤੇ 6 ਫੁੱਟ ਤੋਂ। ਇਸੇ ਤਰ੍ਹਾਂ ਤੁਸੀਂ ਲਗਭਗ 7 ਸੈਂਪਲ ਨੇ ਜਿਹੜੇ ਉਹ ਲੈ ਲੈਣੇ ਨੇ। ਇਹਨਾਂ ਸੈਂਪਲਾਂ ਨੂੰ ਲੈਣ ਤੋਂ ਬਾਅਦ ਇਹਨਾਂ ਦੇ ਉੱਤੇ ਹਰ ਇੱਕ ਸੈਂਪਲ ਦੀ ਡੂੰਘਾਈ ਆ ਜਿਹੜੀ
ਉਹ ਉੱਪਰ ਲਿਖ ਦੇਣੀ ਆ ਵੀ, ਤੇ ਨਾਲ ਹੀ ਉਸ ਦੇ ਵਿੱਚ ਜਿਹੜੀ ਜਾਣਕਾਰੀ ਆਪਾਂ ਮਿੱਟੀ ਦਾ ਨਮੂਨਾ ਲੈਣ ਲਈ ਦੱਸੀ ਆ ਉਹੀ ਸਾਰੀ ਜਾਣਕਾਰੀ ਆ ਇਹਨਾਂ ਦੇ ਉੱਤੇ ਲਿਖ ਕੇ ਆਪਦੇ ਨਜ਼ਦੀਕੀ ਲੈਬੋਰਟਰੀ ਦੇ ਵਿੱਚ ਤੁਸੀਂ ਜਮ੍ਹਾਂ ਕਰਾ ਸਕਦੇ ਹੋ। ਡਾਕਟਰ ਸਾਹਿਬ ਤੁਸੀਂ ਦੱਸਿਆ ਕਿ 6 ਫੁੱਟ ਡੂੰਘਾ ਟੋਆ ਪੱਟਣਾ, ਕੀ ਇਹ ਤਾਂ ਨਹੀਂ 4-5 ਥਾਵਾਂ 'ਚੋਂ ਇੱਕ ਖੇਤ 'ਚ ਪੱਟਣਾ ਕਿ ਸੈਂਟਰ 'ਚ ਹੀ ਪੱਟ ਲਈਏ? ਇਹ ਤਾਂ ਜੀ ਕੋਸ਼ਿਸ਼ ਆ ਵੀ ਜੇ ਤਾਂ ਲੱਗਦਾ ਵੀ 2 ਖੇਤ ਜਾਂ ਇੱਕ ਖੇਤ ਦੇ ਵਿੱਚ ਹੀ, ਕਈ ਵਾਰੀ ਹੁੰਦਾ ਵੀ ਇੱਕ ਖੇਤ ਦੇ ਵਿੱਚ ਹੀ ਆਪਾਂ ਨੂੰ ਲੱਗਦਾ ਵੀ ਇੱਕ ਕੋਨਾ ਜਿਹੜਾ ਇੱਕ ਕੁਛ ਏਰੀਆ ਵਧੀਆ ਤੇ ਕੁਛ ਏਰੀਆ ਮਾੜਾ ਹੈ, ਸੋ ਇਸ ਲਈ ਜੇ ਤਾਂ ਲੱਗਦਾ ਵੀ ਖੇਤ ਦੇ ਵਿੱਚ ਹੀ ਵੇਰੀਏਸ਼ਨ ਆ ਤਾਂ ਫਿਰ ਤਾਂ 2 ਤੋਂ 3 ਸੈਂਪਲ ਲੈ ਜਾਣ। ਜੇ ਲੱਗਦਾ ਨਹੀਂ ਖੇਤ ਦੇ ਵਿੱਚ ਇੰਨੀ ਜ਼ਿਆਦਾ ਵੇਰੀਏਸ਼ਨ ਨਹੀਂ ਗਈ ਤਾਂ ਇੱਕ ਸੈਂਪਲ ਆ ਜਿਹੜਾ ਉਹ ਸੈਂਟਰ ਚੋਂ ਲੈ ਕੇ ਹੀ ਕਾਫੀ ਹੈ। ਸੋ ਬਿਲਕੁਲ ਕਿਸਾਨ ਵੀਰੋ, ਦੇਖੋ ਮੈਂ ਤਾਂ ਇਹ ਡਾਕਟਰ ਸਾਹਿਬ ਨੂੰ ਪੁੱਛਿਆ ਸੀ ਕਿ 6 ਫੁੱਟ ਟੋਆ ਡੂੰਘਾ ਪੱਟਣਾ ਵੀ ਬੜਾ ਔਖਾ ਆ, ਸੋ ਕੀ ਇਹ 2-3 ਥਾਵਾਂ ਤੋਂ ਪੱਟਣਾ ਇਹ ਵੀ ਖੇਤ ਚੋਂ? ਸੋ ਕਿਸਾਨ ਵੀਰੋ ਦੇਖੋ, ਤੁਹਾਨੂੰ ਪਤਾ ਤੁਹਾਡੇ ਖੇਤ ਦਾ ਕਿਸ ਤਰ੍ਹਾਂ ਦਾ ਆ, ਜੇ ਤੁਹਾਨੂੰ ਲੱਗਦਾ ਵੀ ਇੱਕੋ ਜਿਹਾ ਆ ਤਾਂ ਤੁਸੀਂ ਸੈਂਟਰ ਚੋਂ ਸੈਂਪਲ ਇਹ ਜਿਹੜਾ 6 ਫੁੱਟ ਤੱਕ ਦਾ ਡੂੰਘਾ ਲੈ ਸਕਦੇ ਹੋ। ਸੋ ਡਾਕਟਰ ਸਾਹਿਬ ਗੱਲ ਇਹ ਆ, ਇਸ ਤੋਂ ਬਾਅਦ ਆਪਾਂ ਗੱਲ ਕਰੀਏ ਹੁਣ ਇਹ ਸਾਰੇ ਸੈਂਪਲ ਜਿਸ ਤਰ੍ਹਾਂ ਕਿਸਾਨ ਵੀਰਾਂ ਨੇ ਲੈ ਲਏ, ਉਹ ਲੈਬੋਰਟਰੀ ਦੇ ਵਿੱਚ ਲੈ ਕੇ ਜਾਣੇ ਆ, ਅਤੇ ਲੈਬੋਰਟਰੀ ਦੇ ਵਿੱਚ ਲਿਜਾਣ ਤੋਂ ਬਾਅਦ ਕਿੰਨੇ ਕੁ ਦਿਨ ਦੇ ਬਾਅਦ ਉਹਨਾਂ ਨੂੰ ਟੈਸਟ ਰਿਪੋਰਟ ਮਿਲ ਜਾਂਦੀ ਹੈ? ਕੀ ਇਹ ਟੈਸਟ ਰਿਪੋਰਟ ਆ ਜਿਹੜੀ ਫਿਜ਼ੀਕਲੀ ਮਿਲਦੀ ਆ ਕਾਗਜ਼ ਦੇ ਉੱਤੇ, ਜਾਂ ਇਹ ਨੈੱਟ 'ਤੇ ਵੀ ਉਹ ਦੇਖ ਸਕਦੇ ਆ ਕਿਸਾਨ ਵੀਰ? ਹਾਂਜੀ ਕਿਸਾਨ ਵੀਰੋ, ਜੇ ਤਾਂ ਆਪਾਂ ਗੱਲ ਕਰੀਏ ਰਿਪੋਰਟ ਦੀ, ਤਾਂ ਜਿਹੜਾ ਮਿੱਟੀ ਪਰਖ ਦੀ ਰਿਪੋਰਟ ਆ ਉਹ ਲਗਭਗ 10 ਤੋਂ 15 ਦਿਨ ਦਾ ਸਮਾਂ ਜਿਹੜਾ ਉਹ ਲੱਗਦਾ ਹੈ ਇਹਨਾਂ ਸਾਰੇ ਤੱਤਾਂ ਨੂੰ ਟੈਸਟ ਕਰਨ 'ਚ ਤੇ ਰਿਪੋਰਟ ਤੁਹਾਨੂੰ ਮੁਹੱਈਆ ਕਰਵਾਉਣ ਦੇ ਵਿੱਚ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਜੇ ਤੁਸੀਂ ਭੂਮੀ ਵਿਗਿਆਨ ਡਿਪਾਰਟਮੈਂਟ ਦੇ ਵਿੱਚ ਜੇ ਸੈਂਪਲ ਦੇ ਰਹੇ ਹੋ ਤਾਂ ਉੱਥੇ ਤਾਂ ਇਹ ਫੈਸਿਲਿਟੀ ਹੈ ਵੀ ਤੁਹਾਡੀ ਜਿਹੜੀ ਰਿਪੋਰਟ ਆ, ਤੁਸੀਂ ਸਿਰਫ ਜਦੋਂ ਸੈਂਪਲ ਜਮ੍ਹਾਂ ਕਰਾ ਕੇ ਆਉਂਦੇ ਹੋ ਤਾਂ ਤੁਸੀਂ ਆਪਦਾ ਰਜਿਸਟ੍ਰੇਸ਼ਨ ਸਲਿੱਪ ਨੰਬਰ 1 ਮਿਲਦਾ ਤੁਹਾਨੂੰ, ਸਿਰਫ ਤੁਸੀਂ ਉਹ ਸਾਂਭ ਕੇ ਰੱਖਣਾ ਹੈ। ਜੇ ਤੁਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਸਾਈਟ 'ਤੇ ਜਾਓਗੇ ਤਾਂ ਉੱਥੇ ਮਿੱਟੀ ਅਤੇ ਪਾਣੀ ਪਰਖ ਰਿਪੋਰਟ ਦਾ ਇੱਕ ਕਾਲਮ ਹੈਗਾ, ਉਹਨੂੰ ਤੁਸੀਂ ਕਲਿੱਕ ਕਰੋ, ਅੱਗੇ ਆਪਦਾ ਰਜਿਸਟ੍ਰੇਸ਼ਨ ਨੰਬਰ ਪਾਓ ਤਾਂ ਤੁਹਾਨੂੰ ਜਿਹੜੀ ਆ ਆਨਲਾਈਨ ਹੀ ਤੁਹਾਡੀ ਰਿਪੋਰਟ ਆ ਜਿਹੜੀ ਉਹ ਮਿਲ ਜੇਗੀ। ਦੂਸਰਾ, ਜੇ ਤੁਸੀਂ ਜਿਵੇਂ ਅੱਜ ਹੀ ਆਪਾਂ ਕ੍ਰਿਸ਼ੀ ਵਿਗਿਆਨ ਕੇਂਦਰ 'ਚ ਖੜੇ ਹਾਂ, ਜੇ ਤੁਸੀਂ ਸਾਡੇ ਕੋਲ ਇੱਥੇ ਸੈਂਪਲ ਦੇ ਕੇ ਜਾ ਰਹੇ ਹੋ ਤਾਂ ਅਸੀਂ ਨਾਲ ਤੁਹਾਡਾ, ਕਿਉਂਕਿ ਟੈਕਨੋਲੋਜੀ ਅੱਜ ਕੱਲ੍ਹ ਕਾਫੀ ਵੱਧ ਗਈ ਹੈ, ਸੋ ਅਸੀਂ ਨਾਲ ਹੀ ਤੁਹਾਡਾ WhatsApp ਨੰਬਰ ਆ ਜਿਹੜਾ ਉਹ ਨੋਟ ਕਰ ਲੈਂਦੇ ਹਾਂ, ਅਤੇ ਜੇ ਕੋਈ ਕਿਸਾਨ ਕਈ ਵਾਰ ਕਿਸੇ ਰੁਝੇਵਿਆਂ ਕਰਕੇ ਨਹੀਂ ਵੀ ਸਾਡੇ ਕੋਲ ਆ ਸਕਦਾ ਤਾਂ ਅਸੀਂ ਉਹ ਜਿਹੜੀ ਰਿਪੋਰਟ ਆ ਉਹਨੂੰ ਡਾਇਰੈਕਟਲੀ WhatsApp ਕਰ ਦਿੰਦੇ ਹਾਂ। ਸੋ ਦੇਖੋ, ਰਿਪੋਰਟ ਲੈਣੀ ਕੋਈ ਔਖੀ ਨਹੀਂ ਕਿਸਾਨ ਵੀਰੋ, ਤੁਹਾਡੇ ਘਰ ਬੈਠੇ ਤੁਹਾਡੇ ਫੋਨ ਦੇ ਉੱਤੇ ਰਿਪੋਰਟ ਆ ਜਾਣੀ ਆ, ਪਰ ਬਸ਼ਰਤੇ ਇਹ ਆ ਕਿ ਉਹ ਰਿਪੋਰਟ ਨੂੰ ਤੁਸੀਂ ਪੜ੍ਹ ਚੰਗੀ ਤਰ੍ਹਾਂ ਲਓ। ਡਾਕਟਰ ਸਾਹਿਬ, ਰਿਪੋਰਟ ਕਾਫੀ ਗੁੰਝਲਦਾਰ ਆ ਮਿੱਟੀ ਵਾਲੀ, ਕਿਉਂਕਿ ਕਿਸਾਨ ਵੀਰਾਂ ਨੂੰ ਨਹੀਂ ਪਤਾ ਲੱਗਦਾ ਕੀ ਕਰਨ, ਕਿੱਥੇ ਜਾਣ ਉਹ ਰਿਪੋਰਟ ਨੂੰ ਪੜ੍ਹਵਾਉਣ, ਕੀ ਉਹ ਆਪਣੇ ਖੇਤ ਦੇ ਵਿੱਚ ਪਾਉਣ ਉਹਦੇ ਆਧਾਰ 'ਤੇ, ਸੋ ਕਿਤੋਂ ਜਾਣਕਾਰੀ ਲੈਣ ਉਹ? ਬਿਲਕੁਲ ਜੀ, ਹਾਂਜੀ, ਜਿਹੜੀ ਇਹ ਮਿੱਟੀ ਪਰਖ ਰਿਪੋਰਟ ਆ ਅਸੀਂ ਇੱਕ ਬੜੀ ਸੌਖੀ ਪੰਜਾਬੀ ਦੇ ਵਿੱਚ ਬਣਾਈ ਹੋਈ ਹੈ। ਉਸ ਦੇ ਵਿੱਚ ਕਾਫੀ ਚੀਜ਼ਾਂ ਤਾਂ ਬਿਲਕੁਲ ਕਲੀਅਰ ਹੋ ਜਾਂਦੀਆਂ, ਕਿਉਂਕਿ ਹਰ ਫਸਲ ਦੇ ਲਈ ਉਸ ਮਿੱਟੀ ਪਰਖ ਰਿਪੋਰਟ ਦੇ ਅਨੁਸਾਰ ਖਾਦਾਂ ਦਾ ਜਿਹੜਾ ਵੇਰਵਾ ਉਹਦੇ ਵਿੱਚ ਦਿੱਤਾ ਗਿਆ ਹੈ। ਇਸ ਤੋਂ ਬਾਅਦ ਵੀ ਜੇ ਕਿਸੇ ਕਿਸਾਨ ਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਉਸ ਮਿੱਟੀ ਪਰਖ ਰਿਪੋਰਟ ਦੇ ਨਾਲ ਹੀ ਉਸ KVK ਦੇ ਕੰਸਰਨਡ ਭੂਮੀ ਵਿਗਿਆਨੀ ਦਾ ਨੰਬਰ ਹੁੰਦਾ ਹੈ, ਤੁਸੀਂ ਉਹਨਾਂ ਨਾਲ ਡਾਇਰੈਕਟ ਫੋਨ ਤੇ ਰਾਬਤਾ ਕਰ ਸਕਦੇ ਹੋ। ਜੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿੱਚ ਆਏ ਹੋ ਤਾਂ ਖੁਦ ਆ ਕੇ ਉਸ ਰਿਪੋਰਟ ਨੂੰ ਤੁਸੀਂ ਸਮਝ ਸਕਦੇ ਹੋ, ਬਕਾਇਦਾ ਤੁਹਾਨੂੰ ਉਸ ਦੇ ਬਾਰੇ ਸਾਰੀ ਜਾਣਕਾਰੀ ਦਿੱਤੀ ਜਾਏਗੀ। ਲੋੜ ਵੀ ਸਾਨੂੰ ਤਾਂ ਹੀ ਪੈਂਦੀ ਹੈ ਟੈਸਟ ਕਰਾਉਣ ਦੀ, ਕਿਉਂਕਿ ਕਿਸਾਨ ਵੀਰ ਜਦੋਂ ਦੇਖਦੇ ਆ ਨਾ ਵੀ ਝਾੜ ਘਟ ਗਿਆ, ਯਾਰ ਇਸ ਵਾਰ ਬੜੀ ਪਲੱਤਣ ਤੇ ਆ ਗਈ ਫਸਲ ਸਾਡੀ ਤੇ ਸਾਨੂੰ ਲੋੜ ਆ ਹੁਣ ਕੁਝ ਕਰਨ ਦੀ, ਫੇਰ ਹੀ ਮਾਹਰ ਕੋਲ ਜਾਂਦੇ ਆ, ਫੇਰ ਹੀ ਉਹ ਮਿੱਟੀ ਦਾ ਸੈਂਪਲ ਆ ਜਿਹੜਾ ਉਹ ਲਿਆਉਣ ਦੀ ਕੋਸ਼ਿਸ਼ ਕਰਦੇ ਆ। ਸੋ ਗੱਲ ਇਹ ਆ ਵੀ ਪਹਿਲਾਂ ਹੀ ਕਿਸਾਨ ਵੀਰ ਧਿਆਨ ਰੱਖਣ, ਹੁਣ 2 ਮਹੀਨੇ ਵਿਹਲੇ ਸੀਗੇ, ਕੋਈ ਨਾ ਕੋਈ ਜ਼ਮੀਨ ਦੀ ਸਿਹਤ ਸੁਧਾਰਨ ਦੇ ਲਈ ਤਰੀਕਾ ਅਪਣਾਇਆ ਜਾ ਸਕਦਾ। ਬਿਲਕੁਲ ਜਾਨ ਜੀ, ਕਿਉਂਕਿ ਆਪਾਂ ਮਿੱਟੀ ਪਰਖ ਕਰਾ ਹੀ ਇਹਦੇ ਲਈ ਰਹੇ ਹਾਂ ਵੀ ਆਪਣੀ ਜਿਹੜੀ ਜ਼ਮੀਨ ਦੀ ਸਿਹਤ ਆ ਉਹ ਵਧੀਆ ਰਵੇ। ਉਸ ਦੇ ਲਈ ਕਿਸਾਨ ਵੀਰੋ ਜਿਹੜਾ ਸਭ ਤੋਂ ਸੌਖਾ ਤੇ ਬੜਾ ਸਰਲ ਤਰੀਕਾ ਹੈ, ਜਿਵੇਂ ਕਿ ਚੌਹਾਨ ਜੀ ਨੇ ਦੱਸਿਆ ਹੀ ਆ ਵੀ ਆਪਣੇ ਕੋਲ ਸਮਾਂ ਹੁੰਦਾ ਹੈ ਕਣਕ ਵੱਢਣ ਤੋਂ ਬਾਅਦ ਤੇ ਅਗਲੇ ਫਸਲ ਜਿਹੜੀ ਕਿ ਮੁੱਖ ਫਸਲ ਆਪਣੇ ਕਣਕ ਝੋਨਾ ਹੀ ਆ, ਝੋਨਾ ਲਾਉਣ ਤੱਕ ਆਪਣੇ ਕੋਲ ਲਗਭਗ 60 ਦਿਨ ਦਾ ਸਮਾਂ ਜਿਹੜਾ ਹੁੰਦਾ ਹੈ। ਉਸ ਦੇ ਦਿਨ ਤੁਸੀਂ ਹਰੀ ਖਾਦ ਦਾ ਜਿਹੜਾ ਇਸਤੇਮਾਲ ਆ ਉਹ ਜ਼ਰੂਰ ਕਰੋ, ਤਾਂ ਕਿ ਜਿਹੜੀ ਆਪਣੀ ਮਿੱਟੀ ਦੀ ਸਿਹਤ ਆ ਜਿਹੜੀ ਉਹਦਾ ਸੁਧਾਰ ਕੀਤਾ ਜਾ ਸਕੇ। ਹਰੀ ਖਾਦ ਲਈ ਕਿਸਾਨ ਵੀਰੋ ਤੁਸੀਂ ਮੁੱਖ ਤੌਰ 'ਤੇ 3 ਫਸਲਾਂ ਜਿਹੜੀਆਂ ਕਿ ਸਣ, ਢੈਂਚਾ ਤੇ ਰਵਾਂ, ਅਤੇ ਇਸ ਤੋਂ ਇਲਾਵਾ ਜਿਹੜੀ ਆਪਣੀ ਸੱਠੀ ਮੂੰਗੀ ਹੈ ਉਹਦਾ ਇਸਤੇਮਾਲ ਤੁਸੀਂ ਕਰ ਸਕਦੇ ਹੋ। ਸੱਠੀ ਮੂੰਗੀ ਨੂੰ ਤਾਂ ਮੈਂ ਕਹਿੰਦਾ ਹੁੰਦਾ ਵੀ ਪੁੰਨ ਤੇ ਫਲੀਆਂ ਦੋਵੇਂ ਹੀ ਨੇ, ਕਿਉਂਕਿ ਤੁਸੀਂ ਸੱਠੀ ਮੂੰਗੀ ਲਾਓ, ਨਾਲ ਦੀ ਨਾਲ ਜੇ ਤੁਹਾਨੂੰ ਖੇਤ ਦੇ ਵਿੱਚ ਕਿਸੇ ਕਾਰਨਾਂ ਕਰਕੇ ਜਿਵੇਂ ਕਹ ਲਓ ਬਾਰਿਸ਼ਾਂ ਪੈ ਜਾਂਦੀਆਂ, ਕਈ ਵਾਰੀ ਜ਼ਿਆਦਾਤਰ ਕਿਸਾਨ ਆ ਜਿਹੜੀ ਸੱਠੀ ਮੂੰਗੀ ਇਸ ਲਈ ਨਹੀਂ ਲਾਉਂਦੇ ਕਿਉਂਕਿ ਬਾਰਿਸ਼ਾਂ ਦੇ ਵਿੱਚ ਆ ਜਾਂਦੀ ਆ ਤੇ ਸਾਨੂੰ
ਫਲੀਆਂ ਨਹੀਂ ਮਿਲਦੀਆਂ। ਪਰ ਮੈਂ ਦੂਸਰੀ ਇਹ ਕਹਿੰਦਾ, ਜੇ ਫਲੀਆਂ ਨਹੀਂ ਮਿਲਦੀਆਂ ਤਾਂ ਪਰ ਇਹ ਨਾਲ ਦੀ ਨਾਲ ਤੁਸੀਂ ਜੇ ਉਸ ਨੂੰ ਉਸ ਦੇ ਹਰੇ ਟਾਂਗਰ ਨੂੰ ਖੇਤ ਦੇ ਵਿੱਚ ਵਾਹ ਦਿੰਦੇ ਹੋ ਤਾਂ ਉਹ ਤੁਹਾਡੇ ਨਾਲ ਹੀ ਨਾਲ ਜ਼ਮੀਨ ਦੀ ਸਿਹਤ ਆ ਜਿਹੜਾ ਉਹਦਾ ਵੀ ਸੁਧਾਰ ਕਰਦਾ ਹੈ ਤੇ ਅਗਲੀ ਫਸਲ ਆ ਜਿਹੜੀ ਝੋਨਾ ਹੈ ਉਸ ਦੇ ਝਾੜ ਦੇ ਵਿੱਚ ਵੀ ਵਾਧਾ ਕਰਨ ਦੇ ਵਿੱਚ ਬਹੁਤ ਮਹੱਤਵਪੂਰਨ ਰਹਿੰਦੀ ਆ। ਸੋ ਜ਼ਮੀਨ ਦੀ ਸਿਹਤ ਲਈ ਹਰੀ ਖਾਦ ਇੱਕ ਵਰਦਾਨ ਹੈ। ਡਾਕਟਰ ਸਾਹਿਬ, ਲਗਾਤਾਰ ਪਾਣੀ ਲਾਉਣ ਦੇ ਨਾਲ, ਕਿਉਂਕਿ ਕਿਸਾਨ ਵੀ ਨਾ ਹੁਣ ਮੂਹਰੇ ਝੋਨਾ ਲੱਗਣਾ, ਜ਼ਮੀਨ ਉਹਦੇ ਨਾਲ ਵੀ ਵਿਗੜਦੀ ਆ, ਸੋ ਪਾਣੀ ਖੇਤ ਦੇ ਵਿੱਚ ਖੜਾ ਹੀ ਰੱਖਦੇ ਆ ਝੋਨੇ 'ਚ, ਕੀ ਕਹਿਣਾ ਚਾਹੋਗੇ? ਕੀ ਇਹ ਵੀ ਸਿਹਤ ਨੂੰ ਵਿਗਾੜਦਾ ਜ਼ਮੀਨ ਦੀ ਨੂੰ? ਬਿਲਕੁਲ ਜੀ ਚੌਹਾਨ ਜੀ, ਜਿਵੇਂ ਤੁਸੀਂ ਦੱਸਿਆ ਵੀ ਜ਼ਿਆਦਾਤਰ ਜ਼ਿਮੀਂਦਾਰ ਨੇ ਜਿਹੜੇ ਆਪਣੇ ਮੁੱਖ ਫਸਲੀ ਚੱਕਰ ਕਣਕ ਤੇ ਝੋਨਾ ਹੈ ਤੇ ਝੋਨੇ ਦੇ ਵਿੱਚ ਲਗਾਤਾਰ ਪਾਣੀ ਜਿਹੜਾ ਉਹ ਖੜਾ ਰੱਖਦੇ ਨੇ, ਪਰ ਜਿਹਦੀ ਕਿ ਬਿਲਕੁਲ ਵੀ ਲੋੜ ਨਹੀਂ ਹੁੰਦੀ। ਕਿਸਾਨ ਵੀਰੋ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੁਆਰਾ ਇਹ ਸਿਫਾਰਿਸ਼ ਕੀਤਾ ਜਾਂਦਾ ਹੈ ਕਿ ਜਦੋਂ ਆਪਾਂ ਝੋਨਾ ਖੇਤ ਦੇ ਵਿੱਚ ਲਾ ਦਿੰਦੇ ਹਾਂ, ਪਨੀਰੀ ਲਾਉਣ ਉਪਰੰਤ ਪਹਿਲੇ 10 ਦਿਨ ਆ ਜਿਹੜਾ ਲਗਾਤਾਰ ਪਾਣੀ ਉਹ ਖੜਾ ਰੱਖਣਾ ਹੈ। ਉਸ ਤੋਂ ਬਾਅਦ 10 ਤੋਂ 15 ਦਿਨਾਂ ਬਾਅਦ ਆ ਜਿਹੜਾ ਖੇਤ ਨੂੰ ਪਾਣੀ ਉਦੋਂ ਹੀ ਲਾਓ ਜਦੋਂ ਪਾਣੀ ਜੀਰਨ ਤੋਂ 2 ਦਿਨ ਬਾਅਦ ਲਾਓ, ਕਿਉਂਕਿ ਆਪਾਂ ਨੂੰ ਉਦੋਂ ਇੰਨੀ ਲੋੜ ਨਹੀਂ ਹੁੰਦੀ ਪਾਣੀ ਦੀ ਵੀ ਆਪਾਂ ਝੋਨੇ ਨੂੰ ਡੋਬੀ ਰੱਖੀਏ। ਸੋ ਧਿਆਨ ਰੱਖਣਾ ਹੈ ਵੀ ਜਦੋਂ ਖੇਤ ਦੇ ਵਿੱਚ ਆਪਣੇ ਪਾਣੀ ਆ ਜਿਹੜਾ ਉਹ ਜੀਰ ਜਾਂਦਾ ਹੈ, ਉਸ ਤੋਂ 2 ਦਿਨ ਬਾਅਦ ਆ ਜਿਹੜਾ ਅਗਲਾ ਪਾਣੀ ਉਹ ਲਾਇਆ ਜਾਵੇ, ਤਾਂ ਇਸ ਦੇ ਨਾਲ ਨਾ ਸਿਰਫ ਆਪਣੀ ਪਾਣੀ ਦੀ ਬਚਤ ਹੋਊਗੀ, ਆਪਣੀ ਜ਼ਮੀਨ ਦੀ ਸਿਹਤ ਆ ਜਿਹੜੀ ਉਹ ਵੀ ਕਿਸੇ ਹੱਦ ਤੱਕ ਇਸ ਤਕਨੀਕ ਨੂੰ ਅਪਣਾਉਣ ਨਾਲ ਵਧੀਆ ਰਹਿ ਜਾਂਦੀ ਹੈ। ਪਾਣੀ ਖੇਤ ਦੇ ਵਿੱਚ ਖੜੇ ਤੋਂ ਹੀ ਯੂਰੀਆ ਕਿਸਾਨ ਵੀਰ ਖੇਤ ਦੇ ਵਿੱਚ ਛਿੱਟਾ ਦੇ ਰਿਹਾ, ਉਹ ਵੀ ਜ਼ਮੀਨ ਦੀ ਸਿਹਤ ਨੂੰ ਖਰਾਬ ਕਰ ਰਿਹਾ ਤੇ ਪਾਣੀ ਨੂੰ ਵੀ ਖਰਾਬ ਕਰ ਰਿਹਾ। ਜਿਹੜਾ ਪਾਣੀ ਉਹ ਘੁਲ ਕੇ ਜਿਹੜਾ ਯੂਰੀਆ ਥੱਲੇ ਚੱਲ ਜਾਣਾ, ਕੀ ਕਹਿਣਾ ਚਾਹੋਗੇ ਇਹਦੇ ਸੰਬੰਧੀ? ਹਾਂਜੀ ਚੌਹਾਨ ਜੀ, ਜਿਹੜਾ ਯੂਰੀਆ ਜਿਹੜਾ ਉਹਦਾ ਵੀ ਇਸਤੇਮਾਲ ਆ ਜਿਹੜਾ ਬੜੇ ਸੁਚੱਜੇ ਢੰਗ ਨਾਲ ਕਰਨ ਦੀ ਲੋੜ ਆ, ਕਿਉਂਕਿ ਯੂਰੀਆ ਜਿਹੜਾ ਉਹਦਾ ਲਗਭਗ 50% ਹਿੱਸਾ ਹੈ ਜਿਹੜਾ ਉਹ ਫਸਲ ਨੂੰ ਮਿਲਦਾ ਹੈ, ਬਾਕੀ ਆ ਜਿਹੜਾ ਉਹ ਜਾਂ ਹਵਾ 'ਚ ਉੱਡ ਜਾਂਦਾ ਹੈ ਤੇ ਜਾਂ ਪਾਣੀ ਰਾਹੀਂ ਘੁਲ ਕੇ ਜਿਵੇਂ ਤੁਸੀਂ ਦੱਸਿਆ ਤਾਂ ਥੱਲੇ ਜ਼ਮੀਨ ਦੇ ਵਿੱਚ ਜਾਂਦਾ ਹੈ। ਸੋ ਜਿਹੜਾ ਯੂਰੀਆ ਦਾ ਇਸਤੇਮਾਲ ਆ, ਜਿਵੇਂ ਕਿ ਹੁਣ ਆਪਣੀ ਅਗਲੀ ਫਸਲ ਝੋਨਾ ਹੈ ਉਸ ਦੇ ਵਿੱਚ ਆ ਜਿਹੜਾ ਯੂਰੀਆ ਦਾ ਇਸਤੇਮਾਲ ਬੜੇ ਸੁਚੱਜੇ ਢੰਗ ਨਾਲ ਕਰਨ ਦੀ ਲੋੜ ਆ। ਲਗਭਗ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੁਆਰਾ 90 ਕਿਲੋ ਯੂਰੀਆ ਜਿਹੜਾ ਉਹ ਸਿਫਾਰਿਸ਼ ਕੀਤਾ ਜਾਂਦਾ ਹੈ, ਜਿਹਨੂੰ ਕਿ ਆਪਾਂ 2 ਬੋਰੀਆਂ ਯੂਰੀਆ ਦੀਆਂ ਜਿਹੜੀਆਂ ਉਹ ਸਿਫਾਰਿਸ਼ ਨੇ, ਤੇ ਜਿੰਨੀ ਸਿਫਾਰਿਸ਼ ਆ ਉਹਦੇ ਅਨੁਸਾਰ ਹੀ ਪਾਈ ਜਾਵੇ ਤਾਂ ਕਿ ਆਪਾਂ ਨੂੰ ਜਿਹੜਾ ਵੱਧ ਯੂਰੀਆ ਪਾਉਣ ਨਾਲ ਨਾ ਤਾਂ ਸਿਰਫ ਕੋਈ ਲਾਭ ਮਿਲਦਾ ਹੈ, ਸਗੋਂ ਨੁਕਸਾਨ ਜ਼ਰੂਰ ਹੁੰਦਾ ਹੈ। ਆਪਣੀ ਜ਼ਮੀਨ ਦੀ ਜਿਹੜੀ ਸਿਹਤ ਆ ਉਹ ਵੀ ਖਰਾਬ ਹੁੰਦੀ ਹੈ ਤੇ ਨਾਲ ਦੀ ਨਾਲ ਆਪਣਾ ਖੇਤੀ ਖਰਚ ਵੀ ਵੱਧਦਾ ਹੈ। ਡਾਕਟਰ ਸਾਹਿਬ, ਗੱਲ ਇਹ ਆ ਵੀ ਦੇਖੋ, ਜ਼ਮੀਨ ਦੀ ਸਿਹਤ ਨੂੰ ਵਿਗਾੜਨ ਦੇ ਵਿੱਚ ਸਾਡੀ ਖਾਦਾਂ ਬਹੁਤ ਜ਼ਿਆਦਾ ਰੋਲ ਅਦਾ ਕਰ ਰਹੀਆਂ ਨੇ। ਕਿਹੜੇ ਜ਼ਮੀਨ ਦੇ ਵਿੱਚ ਤੱਤ ਪਿਆ ਜਿਹੜੇ ਬੂਟੇ ਨੂੰ ਲੋੜ ਪੈਂਦੀ ਆ, ਜਿਹੜਾ ਬੂਟਾ ਵਧਣ ਫੁੱਲਣ ਲਈ ਲੈਂਦਾ ਆ ਤੇ ਉਹਦੇ ਨਾਲ ਹੀ ਫਸਲ ਵੱਧਦੀ ਆ। ਜੇ ਅਸੀਂ ਕੋਈ ਵੱਧ ਪਾ ਦਿੰਦੇ ਆ ਤਾਂ ਫਿਰ ਉਹ ਖਰਾਬ ਵੀ ਕਰਦੇ ਆ। ਥੋੜਾ ਜਿਹਾ ਤੱਤਾਂ ਬਾਰੇ ਦੱਸੋ, ਕਿੰਨੇ ਕੁ ਤੱਤ ਬੂਟੇ ਨੂੰ ਲੋੜ ਪੈਂਦੀ ਹੈ? ਬਿਲਕੁਲ ਚੌਹਾਨ ਜੀ, ਜਿਵੇਂ ਕਿ ਆਪਾਂ ਪਹਿਲਾਂ ਗੱਲ ਸ਼ੁਰੂ ਕੀਤੀ ਤਾਂ ਲਗਭਗ 17 ਤੱਤ ਨੇ ਜਿਹੜੀ ਉਹਨਾਂ ਦੀ ਲੋੜ ਆ ਜਿਹੜੀ ਉਹ ਪੈਂਦੀ ਆ, ਤੇ ਉਸ ਦੇ ਵਿੱਚ ਜਿਵੇਂ ਕਿ ਕਿਸਾਨ ਵੀਰੋ ਅਗਲਾ ਆਪਾਂ ਜਿਹੜੀ ਫਸਲ ਆ, ਕਿਉਂਕਿ ਆਪਣੇ ਜ਼ਿਆਦਾ ਮੁੱਖ ਫਸਲੀ ਚੱਕਰ ਜਿਹੜਾ ਅਪਣਾਇਆ ਜਾਂਦਾ ਹੈ ਉਹ ਕਣਕ ਤੇ ਝੋਨਾ ਹੈ। ਅਗਲੀ ਫਸਲ ਆਪਣੀ ਜਿਹੜੀ ਉਹ ਆਪਾਂ ਝੋਨਾ ਲਾਉਣੀ ਆ, ਤਾਂ ਉਸ ਦੇ ਵਿੱਚ ਇੱਕ ਬੜੀ ਮਹੱਤਵਪੂਰਨ ਗੱਲ ਧਿਆਨ ਰੱਖਣ ਵਾਲੀ ਆ ਵੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤਾ ਜਾਂਦਾ ਹੈ ਵੀ ਜੇ ਤੁਸੀਂ ਕਣਕ ਦੇ ਵਿੱਚ DAP ਦਾ ਜਿੱਥੋਂ ਆਪਾਂ ਨੂੰ ਫਾਸਫੋਰਸ ਤੱਤ ਮਿਲਣਾ ਹੁੰਦਾ, ਜੇ ਉਹਦਾ ਉਪਯੋਗ ਕਰ ਲਿਆ ਤਾਂ ਅਗਲੇ ਫਸਲ ਝੋਨੇ ਦੇ ਵਿੱਚ ਤੁਹਾਨੂੰ ਉਹ DAP ਖਾਦ ਪਾਉਣ ਦੀ ਲੋੜ ਨਹੀਂਗੀ, ਜਿਹੜੀ ਕਿ ਨਾ ਸਿਰਫ ਆਪਣਾ ਖੇਤੀ ਖਰਚ ਵਧਾਉਂਦੀ ਆ, ਕਿਉਂਕਿ ਕਈ ਵਾਰੀ ਜ਼ਿਆਦਾ ਫਾਸਫੋਰਸ ਜੇ ਜ਼ਮੀਨ ਦੇ ਵਿੱਚ ਹੋ ਜਾਵੇ ਤਾਂ ਇੱਕ ਜ਼ਿੰਕ ਜਿਹੜਾ ਕਿ ਛੋਟਾ ਤੱਤ ਆਪਾਂ ਨੂੰ ਬੜਾ ਮਹੱਤਵਪੂਰਨ ਆ ਝੋਨੇ ਦੇ ਲਈ, ਉਹਦੀ ਘਾਟ ਆ ਜਿਹੜੀ ਉਹ ਕਰ ਦਿੰਦਾ। ਸੋ ਕਿਸਾਨ ਵੀਰੋ ਧਿਆਨ ਰੱਖਣਾ ਹੈ, ਜੇ ਤੁਸੀਂ ਮਿੱਟੀ ਪਰਖ ਕਰਵਾਈ ਆ ਤਾਂ ਤੁਹਾਨੂੰ ਪਤਾ ਹੈ ਵੀ ਤੁਹਾਡੇ ਖੇਤ ਦੇ ਵਿੱਚ ਜਿਹੜਾ ਫਾਸਫੋਰਸ ਦੀ ਮਾਤਰਾ ਉਹ ਦਰਮਿਆਨੀ ਜਾਂ ਜ਼ਿਆਦਾ ਹੈ, ਤਾਂ ਫਿਰ ਤੁਹਾਨੂੰ ਝੋਨੇ ਦੀ ਫਸਲ ਨੂੰ ਜਿਹੜੀ ਆ DAP ਖਾਦ ਪਾਉਣ ਦੀ ਲੋੜ ਨਹੀਂ ਆ। ਇਸ ਤੋਂ ਇਲਾਵਾ ਜੇ ਤੁਸੀਂ ਕਣਕ ਨੂੰ ਵੀ ਪਹਿਲਾਂ DAP ਪਾ ਚੁੱਕੇ ਹੋ ਤਾਂ ਫਿਰ ਵੀ ਤੁਹਾਨੂੰ ਦੁਬਾਰਾ ਝੋਨੇ ਨੂੰ DAP ਖਾਦ ਪਾਉਣ ਦੀ ਲੋੜ ਨਹੀਂਗੀ। ਡਾਕਟਰ ਸਾਹਿਬ, ਮਿੱਟੀ ਅਤੇ ਪਾਣੀ ਪਰਖ ਸੰਬੰਧੀ ਸਾਡੇ ਕਿਸਾਨ ਵੀਰਾਂ ਨੂੰ ਸੁਨੇਹਾ ਦਿਓ, ਕੀ ਕਹਿਣਾ ਚਾਹੋਗੇ? ਹਾਂਜੀ ਕਿਸਾਨ ਵੀਰੋ, ਮੈਂ ਤੁਹਾਨੂੰ ਸਾਰਿਆਂ ਨੂੰ ਗੁਜ਼ਾਰਿਸ਼ ਕਰਦਾ ਕਿ ਜਿਹੜਾ ਬੜਾ ਸੌਖਾ ਤੇ ਇੱਕ 50 ਤੋਂ 100 ਰੁਪਏ ਦਾ ਜਿਹੜਾ ਟੈਸਟ ਆ ਉਹਨੂੰ ਮਿੱਟੀ ਪਰਖ ਕਰਵਾ ਕੇ ਤੁਸੀਂ ਲਗਭਗ ਪ੍ਰਤੀ ਏਕੜ ਦੇ 1000 ਰੁਪਏ ਤੋਂ 1500 ਰੁਪਏ ਆਪਦਾ ਜਿਹੜਾ ਉਹ ਬਚਾ ਸਕਦੇ ਹੋ। ਨਾ ਕਿ ਸਿਰਫ ਇਹ ਆਪ ਤੁਹਾਡਾ ਖੇਤੀ ਖਰਚ ਬਚਾਏਗਾ, ਇਸ ਤੋਂ ਇਲਾਵਾ ਜਿਹਦੇ ਲਈ ਆਪਾਂ ਕਹ ਲਓ ਖੇਤੀ ਕਰਦੇ ਹਾਂ ਵੀ ਆਪਣੀ ਜ਼ਮੀਨ ਦੀ ਸਿਹਤ ਆ ਜਿਹੜੀ ਉਹ ਵਧੀਆ ਰਹੇ, ਉਹਦੇ ਵਿੱਚ ਵੀ ਜਿਹੜਾ ਮਿੱਟੀ ਪਰਖ ਦਾ ਜਿਹੜਾ ਬਹੁਤ ਵੱਡਾ ਯੋਗਦਾਨ ਆ। ਤੁਸੀਂ ਮਿੱਟੀ ਪਰਖ ਜ਼ਰੂਰ ਕਰਵਾਓ ਤੇ ਉਸ ਦੇ ਆਧਾਰਿਤ ਤੇ ਹੀ ਜਿਹੜੀਆਂ ਰਸਾਇਣਿਕ ਖਾਦਾਂ ਨੇ ਉਹਨਾਂ ਦਾ ਉਪਯੋਗ ਕਰੋ। ਕਿਸਾਨ ਵੀਰੋ, ਪ੍ਰੋਗਰਾਮ ਦੇ ਅਖੀਰ 'ਚ ਹੀ ਬੇਨਤੀ ਕਰਨੀ ਚਾਹਾਂਗੇ ਕਿ ਨਾ ਮਾਤਰ ਖਰਚੇ ਦੇ ਉੱਤੇ ਕਰਾਇਆ ਜਾਂਦਾ ਇਹ ਟੈਸਟ ਸਾਡਾ ਰੁਪਈਆਂ ਦੇ ਵਿੱਚ ਹਜ਼ਾਰਾਂ 'ਚ ਨਹੀਂ ਲੱਖਾਂ 'ਚ ਫਾਇਦਾ ਕਰਦਾ। ਸੋ ਆਓ ਇਹ ਛੋਟੇ ਜਿਹੇ ਉਦਮ ਦੇ ਨਾਲ
ਹੁਣ ਪਏ ਖਾਲੀ ਖੇਤਾਂ ਦੇ ਵਿੱਚੋਂ ਮਿੱਟੀ ਅਤੇ ਪਾਣੀ ਟੈਸਟ ਕਰਵਾਈਏ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਮਿੱਟੀ ਦੀ ਸਿਹਤ ਨੂੰ ਅਸੀਂ ਬਰਕਰਾਰ ਰੱਖੀਏ। ਸੋ ਡਾਕਟਰ ਉਪਿੰਦਰ ਸਿੰਘ ਸੰਧੂ ਜੀ, ਮਿੱਟੀ ਅਤੇ ਪਾਣੀ ਪਰਖ ਦੀ ਮਹੱਤਤਾ ਸੰਬੰਧੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਤੁਹਾਡਾ ਇੰਨੀ ਜਾਣਕਾਰੀ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ।